ਦਾ ਮਤਲਬ ਕਿ ਜਦੋਂ ਅਸੀਂ ਪ੍ਰਭੂ ਵੱਲ ਵਧਣਾ ਸ਼ੁਰੂ ਹੋ ਗਏ ਨਾ, ਕਿਸੇ ਨੂੰ ਲੱਗਦੀ ਹੈ ਅੱਗ, ਠੀਕ ਹੈ ਨਾ, ਪਰ ਉਹਨੂੰ ਅੱਗ ਲੱਗਦੀ ਹੈ, ਉਹ ਕੋਸ਼ਿਸ਼ ਕਰਦਾ ਸਾਨੂੰ ਡਾਊਨ ਕਰਨ ਦਾ, ਪਰ ਉਹਨੂੰ ਇੱਕ ਪਤਾ ਲੱਗ ਗਿਆ ਨਾ ਜਦੋਂ ਕਿ ਇਹ ਹੁਣ ਮੇਰੇ ਹੱਥ 'ਚੋਂ ਬਾਹਰ ਨਿਕਲ ਗਏ, ਫਿਰ ਉਹਨੇ ਭੱਜ ਜਾਣਾ। ਉਹਨੂੰ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਹੈ, ਪਰ ਅਸੀਂ ਖੁਦਾ ਦੇ ਵਚਨ ਦੇ ਨਾਲ ਹੋਰ ਮਜ਼ਬੂਤੀ ਨਾਲ ਵਧਣਾ ਹੈ, ਠੀਕ ਹੈ ਨਾ। ਜੇਕਰ ਅਸੀਂ ਥੋੜ੍ਹਾ ਪਿੱਛੇ ਡਰ ਗਏ ਤੇ ਫਿਰ ਉਹਨੇ ਹੈਵੀ ਹੋਣਾ। ਹੁਣ ਜਦੋਂ ਭਜਨ ਗਾਉਣ ਜਾ ਰਿਹਾ ਨਾ, ਇਹ ਭਜਨ ਦਾ ਮਤਲਬ ਹੀ ਹੈ ਕਿ ਮੈਂ ਕਿਉਂ ਡਰਾਂ, ਜੇ ਖੁਦਾ ਮੇਰੇ ਨਾਲ ਤਾਂ ਮੈਂ ਕਿਉਂ ਡਰਾਂ। ਆਪਣਾ ਵਿਸ਼ਵਾਸ ਅਸੀਂ ਇੰਨਾ ਵਧਾਉਣਾ ਉੱਚਾ, ਠੀਕ ਹੈ ਨਾ। ਉਹ ਸਾਨੂੰ ਥੋੜ੍ਹਾ ਜਿਹਾ ਨਾ ਡਾਊਨ ਕਰਨ ਦੀ ਕੋਸ਼ਿਸ਼ ਕਰੇਗਾ। ਜਿੱਦਾਂ ਹੁਣ ਮੈਂ ਕੱਲ੍ਹ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਉਹ ਟੋਕਰੇ ਵਾਲੀ ਗੱਲ ਦੱਸੀ ਸੀਗੀ, ਠੀਕ ਹੈ ਨਾ। ਉਹੀ ਐਗਜ਼ਾਮਪਲ ਲਓ ਕਿ ਉਹਦਾ ਵਿਸ਼ਵਾਸ ਘਟਿਆ ਨਹੀਂ ਜਦੋਂ ਪਹਿਲੀ ਵਾਰੀ ਉਹਨੇ ਭਰਿਆ, ਉਹਦਾ ਵਿਸ਼ਵਾਸ ਵੱਧਦਾ ਗਿਆ। ਅਸੀਂ ਆਪਣਾ ਵਿਸ਼ਵਾਸ ਵਧਾਈ ਜਾਣਾ। ਬਸ ਇਹ ਕਹਿੰਦਾ ਖੁਦਾਵੰਦ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੈ। ਹਾਂ ਸਹੀ ਹੈ, ਕਿਉਂਕਿ ਇਹ ਬਿਮਾਰੀ ਇਸ ਕਰਕੇ ਆਈ ਆ ਕਿਉਂਕਿ ਤੇਰੇ ਨਾਮ ਨੂੰ ਮਹਿਮਾ ਮਿਲੇ। ਇੱਕ ਜਨਮ ਤੋਂ ਅੰਨਾ ਮਨੁੱਖ ਸੀਗਾ, ਬਾਈਬਲ ਦੇ ਵਿੱਚ ਆਉਂਦਾ ਇੱਕ ਕਿੱਸਾ ਦਾ। ਇੱਕ ਮਨੁੱਖ ਸੀ, ਉਹ ਜਨਮ ਤੋਂ ਹੀ ਅੰਨਾ ਸੀਗਾ। ਚੇਲਿਆਂ ਨੇ ਪੁੱਛਿਆ ਯਿਸੂ ਮਸੀਹ ਨੂੰ ਕਿ ਇਹ ਜਨਮ ਤੋਂ ਜਿਹੜਾ ਅੰਨਾ ਹੈਗਾ ਵਾ, ਕਿ ਇਹਨੇ ਪਾਪ ਕੀਤਾ ਜਾਂ ਫਿਰ ਮਾਂ ਬਾਪ ਨੇ ਪਾਪ ਕੀਤਾ? ਯਿਸੂ ਮਸੀਹ ਨੇ ਕਿਹਾ ਨਾ ਤਾਂ ਇਹਨੇ ਪਾਪ ਕੀਤਾ, ਨਾ ਇਹਦੇ ਮਾਂ ਬਾਪ ਨੇ ਪਾਪ ਕੀਤਾ। ਇਹ ਅੰਨਾ ਇਸ ਕਰਕੇ ਹੋਇਆ ਕਿਉਂਕਿ ਜਦ ਇਹ ਚੰਗਾ ਹੋਵੇ, ਖੁਦਾ ਦੇ ਨਾਮ ਨੂੰ ਮਹਿਮਾ ਮਿਲੇ, ਵਡਿਆਈ ਮਿਲੇ, ਤਾਰੀਫ ਹੋਵੇ। ਬਸ ਇਹ ਸੀ, ਉੱਚਾ ਹੋਵੇ। ਕਿਉਂਕਿ ਜਦੋਂ ਇਹ ਚੰਗਾ ਹੋਇਆ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਨੂੰ ਚੰਗਾ ਕਰਨ ਵਾਲਾ ਯਹੋਵਾ ਹੈ। ਲੋਕਾਂ ਨੇ ਦਿਮਾਗ ਖੋਲ ਜਾਵੇ, ਮਤਲਬ ਕਿ ਜਿਹੜੇ ਮਤਲਬ ਸਮਝ ਜਾਵੇ ਕਿ ਉਹੀ ਵੱਡਾ ਵਾ। ਹਮੇਸ਼ਾ ਇੱਕ ਗੱਲ ਦਿਮਾਗ 'ਚ ਰੱਖਿਓ, ਬਿਮਾਰੀ ਜਦੋਂ ਆਉਂਦੀ ਹੈ ਨਾ ਘਰ 'ਚ, ਦੋ ਕਾਰਨ ਹੋ ਸਕਦੇ ਆ। ਜਾਂ ਫਿਰ ਉਹਦੇ ਪਿੱਛੇ ਕੋਈ ਪਾਪ ਆ, ਜਾਂ ਫਿਰ ਉਹ ਇਸ ਕਰਕੇ ਆਈ ਆ ਕਿ ਖੁਦਾ ਦੇ ਨਾਂ ਨੂੰ ਮਹਿਮਾ ਮਿਲੇ। ਆਮੀਨ। ਉਹ ਤੁਹਾਡੀ ਪ੍ਰੀਖਿਆ ਆ, ਇਹ ਤੁਹਾਡੀ ਪ੍ਰੀਖਿਆ ਚੱਲ ਰਹੀ ਹੈ ਇਸ ਟਾਈਮ। ਬਸ ਇਹ ਚੀਜ਼ ਹੈ। ਇਹ ਮੇਰਾ ਫੇਵਰਟ ਬਹੁਤ ਆ, ਜਿਹੜਾ ਨਾ ਇਹਦੇ ਮਾਂ ਪਿਓ ਨੇ ਪਾਪ ਕੀਤਾ ਤਾਂ ਨਾ ਇਹਨੇ ਪਾਪ ਕੀਤਾ। ਮੈਂ ਸ਼ੁਰੂ ਤੋਂ ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਇਹ ਹੈਗਾ ਵਾ। ਇਹਦੇ ਵਿੱਚ ਦੇਖੋ ਮਤਲਬ ਬੜਾ ਵੱਡਾ ਵਾ, ਮਤਲਬ ਬਹੁਤ ਵੱਡਾ ਹੈ। ਮੈਂ ਬਹੁਤ ਮੰਨਦਾ ਇਹ ਵਾਲੀ ਜਿਹੜੀ ਅਧਿਆਇ ਨੂੰ, ਜਿਹੜੀ ਸਟੋਰੀ ਬਾਈਬਲ ਦੀ ਜਾ ਰਹੇ ਆ ਤਾਂ ਲੋਕੀ ਪੁੱਛ ਰਹੇ ਆ, ਕਹਿੰਦੇ ਨਹੀਂ, ਕਹਿੰਦੇ ਇਹਦਾ ਨਾ ਇਹ ਮਾਂ ਪਿਓ ਨੇ ਤਾਂ ਨਾ ਇਹਨੇ, ਕਹਿੰਦੇ ਤਾਂ ਰੱਬ ਦਾ ਨਾਮ ਵੱਡਾ ਹੋਵੇ ਤਾਂ ਖੁਦਾ ਦਾ ਨਾਮ ਵੱਡਾ ਹੋਵੇ ਤਾਂ ਕਰਕੇ। ਬਸ ਥੋੜੀ ਜਿਹੀ ਚੀਜ਼ ਇਹੀ ਕਹੂੰਗਾ, ਵਿਸ਼ਵਾਸ ਆਪਣਾ ਅਟਲ ਵਿਸ਼ਵਾਸ ਰੱਖਣਾ। ਕਿਉਂਕਿ ਤੁਸੀਂ ਇਹ ਦੇਖਣਾ ਕਿ ਅਸੀਂ ਹੁਣ ਅੱਗੇ ਵੱਧ ਰਹੇ ਹਾਂ। ਬਾਈਬਲ 'ਚ ਲਿਖਿਆ, ਹੁਣ ਪੌਲਸ ਨੇ ਕਿਹਾ ਕਿ ਕਿੰਨੇ ਚਿਰ ਤੱਕ ਤੁਸੀਂ ਦੁੱਧ ਪੀਂਦੇ ਬੱਚੇ ਰਹੋਗੇ, ਬੱਚੇ ਬਣੇ ਰਹੋਗੇ। ਹੁਣ ਟਾਈਮ ਹੈਗਾ ਕਿ ਤੁਸੀਂ ਮਾਸ ਖਾਣ ਵਾਲੇ ਬਣੋ, ਠੀਕ ਹੈ। ਰੋਟੀ ਖਾਓ, ਅੰਨ ਖਾਓ। ਅਸੀਂ ਬੱਚੇ ਸੀਗੇ, ਦੁੱਧ ਪੀਣ ਵਾਲੇ ਸੀ, ਹੁਣ ਪਰ ਅਸੀਂ ਯਿਸੂ ਨਾਮ ਦੇ ਵਿੱਚ ਅਸੀਂ ਵੱਡੇ ਹੋ ਗਏ। ਅਸੀਂ ਹੁਣ ਰੋਟੀ ਖਾਣੀ ਹੈ, ਰੋਟੀ ਖਾਣ ਤੋਂ ਬਾਅਦ ਅਸੀਂ ਮਾਸ ਖਾਣਾ ਹੈ। ਸਾਡੀ ਦੁਨਿਆਵੀ ਸਮਝ ਨਹੀਂ, ਖੁਦਾਈ ਸਮਝ ਹੋਣੀ। ਬਾਈਬਲ 'ਚ ਲਿਖਿਆ ਆ, ਜਿੱਥੇ ਦੇਹ ਹੁੰਦੀ ਹੈ, ਦੇਹ ਮਤਲਬ ਮਾਸ ਵਚਨ ਨੂੰ ਕਹਿੰਦੇ ਆ, ਜਿੱਥੇ ਦੇਹ ਹੁੰਦੀ ਆ ਉੱਥੇ ਉਕਾਬ ਇਕੱਠੇ ਹੁੰਦੇ ਆ। ਇੱਥੇ ਉਕਾਬ ਇਕੱਠੇ ਹੋਏ ਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਉਕਾਬ ਮਾਸ ਖਾਂਦੇ ਆ, ਤਾਂ ਮਾਸ ਹੈਗਾ ਇਹ ਦੁੱਧ ਨਹੀਂ ਹੈ, ਇਹ ਮਲਾਈ ਨਹੀਂ ਹੈ, ਇਹ ਸਿੱਧਾ ਹੀ ਤੇਲ ਆ, ਮਾਸ ਆ। ਬਿਲਕੁਲ ਜਿਹੜਾ ਥੋੜਾ ਜਿਹਾ ਹੁੰਦਾ ਪਵਿੱਤਰ ਆ ਇਹ ਚੀਜ਼। ਚਲੋ ਆਓ ਭਜਨ ਗਾਵਾਂਗੇ, ਬਹੁਤ ਪਿਆਰਾ ਭਜਨ ਹੈ। मैं क्यों डरा, मैं क्यों डरा, मेरा जिंदा खुदा मेरे नाल है। मैं क्यों डरा, फिर मैं क्यों डरा, मेरा जिंदा खुदा मेरे नाल है। यीशु मेरे नाल नाल रहिंदा ए, डरी ना मैनू सदा कहंदा ए।
यीशु मेरे नाल नाल रहिंदा ए, डरी ना ओ मैनू सदा कहंदा ए, मैं क्यों डरा, फिर मैं क्यों डरा, मेरा जिंदा खुदा, गाइए, मेरे नाल है, मैं क्यों डरा, फिर मैं क्यों डरा, मेरा जिंदा खुदा मेरे नाल है। होवेगी ना कमी कदी मैनू किसे चीज़ दी, करे हर लोड़ पूरी अपने अजीज दी। होवेगी ना कमी कदी मैनू किसे चीज़ दी, करे हर लोड़ पूरी अपने अजीज दी। लभदा अयाली जिवें गुम्मी होई पेड़ नू, लभदा अयाली जिवें गुम्मी होई पेड़ नू, करदा हो इंज मेरी पाल है, मैं क्यों डरा, फिर मैं क्यों डरा, मेरा जिंदा खुदा मेरे नाल है, फिर मैं क्यों डरा, गाइए, फिर मैं क्यों डरा, मेरा जिंदा खुदा मेरे नाल है। यीशु मेरे नाल नाल रहिंदा ए, डरी ना ओ मैनू बस कहंदा ए, यीशु मेरे नाल नाल रहिंदा ए, डरी ना ओ मैनू बस कहंदा ए, फिर क्यों डरा, मैं फिर क्यों डरा, मेरा जिंदा खुदा मेरे नाल है, मैं क्यों डरा, फिर मैं क्यों डरा, मेरा जिंदा खुदा मेरे नाल है। जिथे मैं भी जावां मेरे अगे अगे चलदा, लखा लखा दूत मेरी लाखी लइयो कलदा। जिथे भी मैं जावां मेरे अगे अगे चलदा, लखा लखा दूत मेरी राखी लइयो कलदा। केड़े शब्दां ना करां ओदा धन्नवाद, केड़े शब्दां ना करां ओदा धन्नवाद, हर पासे ओदा ही जलाल है, मैं क्यों डरा, फिर मैं क्यों डरा, मेरा जिंदा खुदा मेरे नाल है, फिर मैं क्यों डरा, मैं फिर क्यों डरा, मेरा जिंदा खुदा मेरे नाल है। बादशाह जलाली ओदी शान विच गावांगे,
हालेलुया नारे असी सदा ओदे लावांगे, बादशाह जलाली ओदी शान विच गावांगे। हालेलुया नारे असी सदा ओदी गावांगे, लिखना ते गाना सानू ओही ही सिखांदा, लिखना ते गाना सानू ओही ही सिखांदा, ओही साडी सुर अते ताल है। मैं क्यों डरा, मैं फिर क्यों डरा, मेरा जिंदा खुदा मेरे नाल है। मैं क्यों डरा, मैं फिर क्यों डरा, मेरा जिंदा खुदा मेरे नाल है। यीशु मेरे नाल नाल रहिंदा ए, डरी ना ओ मैनू बस कहंदा ए। यीशु मेरे नाल नाल रहिंदा ए, डरी ना ओ मैनू बस कहंदा ए। मैं फिर क्यों डरा, मैं फिर क्यों डरा, मेरा जिंदा खुदा मेरे नाल है। मैं क्यों डरा, मैं फिर क्यों डरा, मेरा जिंदा खुदा मेरे नाल है। मेरा जिंदा खुदा मेरे नाल है। मेरा जिंदा खुदा मेरे नाल है। आमीन आमीन। Thank you Lord Jesus from the bottom of my heart, O Lord. Thank you Abba Heavenly Father. धन्यवाद 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 मेरे प्रभु यीशु मसीह। सच है मेरे प्रभु, जद प्रभु तुसीं साडे नाल हो लॉर्ड जीसस, ते प्रभु असीं किस तरह डरिए प्रभु, तुसीं साडे अंग संग हो लॉर्ड जीसस। धन्यवाद यीशु मसीह। हालेलुया। धन्यवाद। सिस्टर दे नाल मिल के प्रार्थना करांगे। गॉड ब्लेस यू। प्रार्थना करें सिस्टर। धन्यवाद प्रभु दा। हालेलुया। धन्यवाद। सर्वशक्तिमान यहोवा पिता, आपका धन्यवाद करती हूँ Yes, Lord. आज की आराधना के लिए, आज के Yes, वचन के लिए प्रभु जी। आप मेरी आंखें खोल दे, मेरी बुद्धि को खोल दे प्रभु जी, धन्यवाद ताकि मैं यीशु। आपके वचनों को समझकर Oh, आपकी yes, आराधना Lord. में आगे बढ़ सकूं प्रभु Yes, जी। मुझे Jesus. ऐसा मन दे, Yes, ऐसा Lord. मन दे जो आपके साथ, ऐसा मन जो आराधना करना सीखे, जो Yes, Jesus. आपके पीछे चलना सीखे। Oh, Lord, mercy, आपके Lord. स्वर्गदूत मेरे घरों में रहे। आप Yes, अपने Jesus. स्वर्गदूतों को मेरे घरों में रहने का हुक्म Yes, दे परमेश्वर। yes, yes, आपके Lord, yes. आपका दास जो आज हमारे घर में हमारे लिए आराधना और वचन सुनाने के लिए आया है, वो आशीषित हो, वो आपके तरफ Mercy, से Lord, ब्लेस हो। mercy, mercy, Lord. उसके आने से Give me the वो strength, Lord. आया नहीं है, वो लाया गया है Yes, प्रभु Lord, जी। मैं yes. आपका धन्यवाद करती Mercy, हूँ Lord. उनके परिवार के लिए। Yes, उनकी Lord. वाइफ का विश्वास मजबूत हो प्रभु जी। Oh, उनका yes, घराना आशीष लेकर आए। Oh, yes, जितने Jesus. Mercy, Lord. उसके उनके मनों में शैतान ने ये बीज बोया है कि वो आपके नाम में आगे ना बढ़ सके, आज मैं यीशु मसीह के नाम से Hallelujah. अंधकार की Break शक्ति our को shelter, डांटती Lord, हूँ। to Jesus' name. Yes, डांटती हूँ Lord. यीशु मसीह के Yes, नाम में उनका Lord. विश्वास मजबूत हो, वो आगे Yes, बढ़े, Lord. आपकी Yes, Lord. आराधना कर सके प्रभु जी। Yes, उनकी आंखें Jesus. खोल दे, उनकी बुद्धि Yes. खोल दे प्रभु Mercy, जी, ताकि Lord. आपके वचनों पर चल सके, Oh, वो yes, आपकी मर्जी को पूरा कर सके Yes, प्रभु जी। Jesus. प्रभु जी मैं धन्यवाद करती हूँ Praise आज के the Lord. दिन के लिए Glory. प्रभु जी। आज मैं शुक्र करती Hallelujah. हूँ प्रभु जी, आपका Yes, Lord. धन्यवाद करती हूँ। Praise मेरे the Lord. पाप माफ हो चुके हैं। Oh, मेरा yes. परमेश्वर, मेरा प्रभु मुझे आगे बढ़ाने जा रहा है और Yes, आशीषित Jesus. करने जा रहा है। धन्यवाद यीशु। धन्यवाद प्रभु Touch यीशु Holy मसीह Ghost. जी के सामर्थी नाम Oh, में yes, मांगती हूँ। Lord. आमीन Amen, amen. आमीन। हालेलुया। God bless you, sister. धन्यवाद। प्रभु का बहुत धन्यवाद करते हैं।
ਤੁਹਾਡੇ ਪਰਿਵਾਰ ਨੂੰ ਵੀ ਆਸ਼ੀਸ਼ਾਂ ਨਾਲ ਹੀ ਦੁਬਾਰੇ ਨਾਲ ਪਹੁੰਚ God bless you। ਨਬੀ ਨੇ ਕਿਹਾ ਕਿ ਜਦੋਂ ਅਸੀਂ ਦੂਸਰੇ ਨੂੰ ਆਸ਼ੀਸ਼ ਦਿੰਦੇ ਆ ਨਾ, ਆਟੋਮੈਟਿਕਲ ਮੁੜ ਕੇ ਸਾਡੇ ਕੋਲ ਵੀ ਆਸ਼ੀਸ਼ ਆਉਂਦੀ ਹੈ। ਇਹ ਚੀਜ਼ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਦੂਸਰੇ ਕੇ ਲਈ ਪ੍ਰਾਰਥਨਾ ਨਿਰੰਤਰ ਬਾਈਬਲ ਦੇ ਵਿੱਚ ਲਿਖਿਆ ਆ ਇੱਕ ਦੂਸਰੇ ਲਈ ਪ੍ਰਾਰਥਨਾ ਕਰਦੇ ਰਹੋ। ਕਰਦੇ ਰਹੋ। ਠੀਕ ਹੈ। ਤੇ ਜੋ ਬਾਈਬਲ ਦਾ ਕਲਾਮ ਆ ਤੇ ਅਸੀਂ ਉਹਦੇ ਅਨੁਸਾਰ ਹੀ ਇਹ ਚੱਲਣਾ। ਲੋਰਾ ਵਚਨ ਸੱਚ ਹੈ। ਤੁਸੀਂ ਸਾਡੇ ਲਈ ਦੁਆ ਕਰਦੇ, ਅਸੀਂ ਤੁਹਾਡੇ ਲਈ ਉਧਰ ਦੁਆ ਕਰਦੇ। ਆਮੀਨ। ਹੁਣ ਇੱਥੇ ਤੁਹਾਨੂੰ ਮੈਂ ਗੱਲ ਦੱਸਦਾ, ਅਯੂਬ ਨੇ ਆਪਣੇ ਮਿੱਤਰ ਲਈ ਜਦੋਂ ਦੁਆ ਕੀਤੀ, ਇੱਕ ਚਾਬੀ ਆ, ਅਯੂਬ ਨੇ ਜਦੋਂ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕੀਤੀ ਤਾਂ ਉਹਨੂੰ ਦੁੱਗਣੀ ਬਰਕਤ ਮਿਲੀ। ਉਹਨੇ ਜੋ ਖੋਇਆ ਸੀ ਉਹਨੂੰ ਤਾਂ ਡਬਲ ਮਿਲਿਆ। ਉਹਦੇ ਬੱਚੇ ਦੁਬਾਰਾ ਮਿਲ ਗਏ, ਉਹਦੀ ਪ੍ਰਾਪਰਟੀ ਦੁਬਾਰਾ ਮਿਲ ਗਈ। ਦੁਬਾਰਾ ਤੋਂ ਫਿਰ ਧੰਨਵਾਦ। ਇੱਕ ਚਾਬੀ ਹੈ, ਬਰਕਤ ਲੈਣੀ ਹੈ ਨਾ, ਦੂਜਿਆਂ ਨੂੰ ਬਰਕਤ ਦਿਓ, ਤੁਹਾਨੂੰ ਬਰਕਤ ਆਟੋਮੈਟਿਕਲੀ ਮਿਲ ਜਾਣੀ। ਇੱਕ ਚਾਬੀ ਹੈ, ਇੱਕ ਟੰਗ। ਉਹੀ ਜੇ ਆਪਾਂ ਦੁਆ ਨਾਲ ਦੂਸਰੇ ਦਾ ਭਲਾ ਕਰਦੇ ਆ, ਆਟੋਮੈਟਿਕ ਸਾਡਾ ਵੀ ਭਲਾ ਭਲਾ। ਤੇ ਆਓ ਆਪਾਂ ਪਵਿੱਤਰ ਕਲਾਮ ਦੇ ਵਿੱਚ ਚੱਲਾਂਗੇ। ਤੇ ਸਿਸਟਰ ਤੁਸੀਂ ਬੈਠੇ ਰਹੋ, ਤੁਸੀਂ ਉੱਪਰ ਹੈਗੇ ਤੇ ਆਪਾਂ ਨਾ ਖੁਦਾ ਵਚਨ ਦੀ ਰਿਸਪੈਕਟ ਲਈ ਅਸੀਂ ਖੜੇ ਹੋਵਾਂਗੇ ਆਪਣੇ ਪੈਰ। ਕੋਈ ਨਹੀਂ, ਮੈਂ ਵੀ ਖੜੀ ਹੋ ਜਾਊਂ। ਗੋਡ ਬlesਸ। ਥੱਲੇ ਆ ਜਾਓ। ਕੋਈ ਧੰਨਵਾਦ ਕਰਦੇ ਜਦੋਂ ਬੁਲਾਇਆ ਤਾਂ ਪੂਰੇ ਧੰਨਵਾਦ ਕਰਦੇ ਆ। ਹਾਂ, ਕਰਦੇ ਹਾਂ। ਇੱਜ਼ਤ ਦੇਣ ਵਾਸਤੇ ਉਹਨਾਂ ਨੂੰ। ਹਾਲੇਲੂਇਆ। ਹਾਲੇਲੂਇਆ। ਆਓ ਪ੍ਰਭੂ ਦੇ ਕਲਾਮ ਵਿੱਚ ਪੜਾਂਗੇ। ਆਪਣੀ ਆਪਣੀ ਬਾਈਬਲ ਉਠਾ ਲਓ ਤੁਸੀਂ ਸਾਰੇ। ਆਪਾਂ ਕੱਢਾਂਗੇ ਨਿਰਗਮਨ, ਉਹਦਾ ਪੁਰਾਣਾ ਨਿਯਮ ਹੈ ਨਾ। 15 ਬਾਬ। ਉਹਦੀ ਆਪਾਂ 26 ਨੰਬਰ ਆਇਤ ਪੜ੍ਹਨੀ ਹੈ। ਪ੍ਰਭੂ ਬਹੁਤ ਬਰਕਤ ਦੇਵੇ। ਪਹਿਲੀ ਕਿਤਾਬ ਹੋਣੀ ਨਿਰਗਮਨ ਦੀ। पहली नहीं दूसरी। दूसरी उत्पत्ति तो दूसरी हाँ, दूसरी किताब हैगी है उसके बाद निर्गमन। मूसा वाली है मूसा वाली किन्ना ਜੋ ਮੈਂ ਕੱਢ ਕੇ ਦਵਾਂ। निर्गमन का किन्ना 15 चैप्टर ਉਹਦੀ 26 ਨੰਬਰ ਆਇਤ ਆਪਾਂ ਪੜ੍ਹਨੀ ਹੈ। 15 की 26 ਹਾਂ, ਪ੍ਰਭੂ ਸਾਨੂੰ ਬਰਕਤ ਦੇਵੇ। ਨਿਰਗਮਨ 15 ਦਾ 26 ਨੰਬਰ ਹੈ। ਪ੍ਰਭੂ ਧੰਨਵਾਦ ਕਰਦੇ ਹਾਂ। ਸਾਡਾ ਪ੍ਰਭੂ ਸਾਨੂੰ ਚੰਗਾ ਕਰਨ ਵਾਲਾ ਯਹੋਵਾ ਹੈ। ਹਾਂਜੀ। ਹਾਲੇਲੂਇਆ। ਜੋ ਵਾਲੇ ਕਹਾ यही है ना। हाँ नहीं नहीं 26 यदि तू अपने यहोवा का वचन है हाँ, रुको जरा के सारे में खोल लेंगे। यदि तू अपने यहोवा का वचन तन मन से सुने और जो उसकी दृष्टि में ठीक है वही करे और उसकी आज्ञाओं पर कान लगाए और उसकी सब विधियों को माने, तो जितने रोग मैंने मिस्रियों पर भेजे हैं उनमें से एक भी तुझ पर ना भेजूंगा, क्योंकि मैं तुम्हारा चंगा करने वाला यहोवा हूँ। आमीन आमीन। आओ पढ़े गए वचन लिए प्रार्थना करेंगे। हालेलुया। स्वर्गीय पिता ਤੁਹਾਡਾ ਦਿਓ ਧੰਨਵਾਦ ਕਰਦੇ ਹਾਂ ਲਾਰਡ ਜੀਸਸ। ਸੱਚਾ ਮੇਰੇ ਪ੍ਰਭੂ ਖੁਦਾਵੰਦ ਨਬੀ ਨੇ ਆਖਿਆ ਕਿ ਅਸੀਂ ਇਹਨਾਂ ਬਾਈਬਲ ਦੀ ਲਿਖਤਾਂ ਨੂੰ ਪਲਟ ਸਕਦੇ ਹਾਂ ਖੁਦਾਵੰਦ, ਪਰ ਇਹਦਾ ਮੁਕਾਸ਼ਬਾ, ਇਹਦਾ ਪ੍ਰਕਾਸ਼ਨ ਪ੍ਰਭੂ ਜੀ ਤੁਹਾਡੇ ਵੱਲੋਂ ਹੈ ਲਾਰਡ ਜੀਸਸ। ਖੁਦਾਵੰਦ ਸੱਚਾ ਮੇਰੇ ਪ੍ਰਭੂ ਜੀ, ਪਵਿੱਤਰ ਆਤਮਾ ਜੀ ਖੁਦਾਵੰਦ, ਇਹ ਤਾਂ ਤੁਹਾਡਾ ਮਸਾ ਹੀ ਹੈ ਖੁਦਾਵੰਦ ਜੋ ਸਾਨੂੰ ਚਲਾ ਰਿਹਾ ਹੈ ਖੁਦਾਵੰਦ। ਖੁਦਾਵੰਦ ਹੁਣ ਹੋਣ ਦਿਓ ਨਾ ਪ੍ਰਭੂ ਜੀ, ਅੱਜ ਸਖਤ ਜ਼ਰੂਰਤ ਹੈ ਮੇਰੇ ਪ੍ਰਭੂ ਜੀ ਤੁਹਾਡੀ। ਖੁਦਾਵੰਦ ਹੋਣ ਦਿਓ ਕਿ ਜਦ ਇਹ ਲਿਖਤ ਪ੍ਰਭੂ ਜੀ ਜਦ ਖੁੱਲ ਚੁੱਕੀ ਹੈ ਔਰ ਪ੍ਰਭੂ ਜੀ ਤੁਹਾਡਾ ਵਚਨ ਇਹ ਕਹਿੰਦਾ ਹੈ ਜਦ ਵਚਨ ਖੁੱਲਦਾ ਹੈ ਤਾਂ ਪ੍ਰਕਾਸ਼ ਹੁੰਦਾ ਹੈ ਲਾਰਡ ਜੀਸਸ। ਖੁਦਾਵੰਦ ਇਹਨਾਂ ਵਚਨਾਂ ਨੂੰ ਪ੍ਰਭੂ ਜੀ ਤੁਸੀਂ ਅਨੋਇੰਟ ਕਰਨਾ ਔਰ ਹੋਣ ਦੇਣਾ ਪ੍ਰਭੂ ਜੀ, ਇਹ ਜਿਹੀ ਸ਼ਿਫਾ ਪ੍ਰਭੂ ਜੀ ਇਸ ਵਚਨਾਂ ਦੁਆਰਾ ਪ੍ਰਭੂ ਜੀ ਇਸ ਘਰ ਦੇ ਵਿੱਚ ਆਣ ਕਿ ਸਾਰੇ ਬੰਧਨ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਟੁੱਟ ਜਾਣ ਲਾਰਡ ਜੀਸਸ। ਤੁਹਾਡਾ ਤੰਦਰੁਸਤੀ ਦਾ ਆਤਮਾ ਪ੍ਰਭੂ ਜੀ ਇਸ ਘਰ ਦੇ ਵਿੱਚ ਮੰਡਰਾਂਦਾ ਰਹੇ ਲਾਰਡ ਜੀਸਸ। ਤੁਹਾਡੇ ਪਵਿੱਤਰ ਲਹੂ ਨੂੰ ਅਪਲਾਈ ਕਰਦਾ ਹਾਂ ਲਾਰਡ ਜੀਸਸ। ਖੁਦਾਵੰਦ ਮੇਰੇ ਹੋਂਠ ਨੂੰ ਛੂ ਲੈਣਾ ਪ੍ਰਭੂ ਜੀ, ਔਰ ਖੁਦਾਵੰਦ ਮੈਂ ਨਹੀਂ ਜਾਣਦਾ ਕਿਸ ਤਰ੍ਹਾਂ ਬੋਲਣਾ ਹੈ ਖੁਦਾਵੰਦ ਤੁਸੀਂ ਹੀ ਇਸ ਜਿਹਦਾ ਇਸਤੇਮਾਲ ਕਰਨਾ ਲਾਰਡ ਜੀਸਸ। ਬੜਾ ਹੀ ਧੰਨਵਾਦ ਕਰਦੇ ਹੋਏ ਇਹ ਪ੍ਰਾਰਥਨਾ ਯੀਸ਼ੂ ਮਸੀਹ ਦੇ सामर्थ्य नाम विच मांगदा है। आमीन हालेलुया। ਅਸੀਂ ਆਪਣੀ ਆਪਣੀ ਜਗ੍ਹਾ ਤੇ ਬੈਠ ਸਕਦੇ ਹਾਂ। ਧੰਨਵਾਦ। ਖੁਦਾ ਤੁਹਾਨੂੰ ਬਰਕਤ ਦੇ। ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਦਾ। ਸੋ ਦੈਟ ਆਪਾਂ ਵਚਨ ਪੜਿਆ ਹੈ ਤੇ ਪ੍ਰਭੂ ਸਾਡੀ ਅਗਵਾਈ ਕਰੇ। ਹਾਲੇਲੂਇਆ। ਆਓ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਦਾ ਵਚਨ ਖੁੱਲ ਚੁੱਕਾ ਹੈ। ਸੋ ਦੈਟ ਪ੍ਰਭੂ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਇੱਕ ਵਾਰ ਫਿਰ ਸ਼ਾਲੋਮ ਕਹਿੰਦਾ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਦੇਵੇ। ਸ਼ਾਲੋਮ ਦਾ ਮਤਲਬ ਹੈ ਕਿ ਖੁਦਾ ਤੁਹਾਨੂੰ ਸ਼ਾਂਤੀ ਦੇਵੇ। ਹਾਲੇਲੂਇਆ। ਪ੍ਰਭੂ ਦੀ ਸ਼ਾਂਤੀ ਸਾਡੇ ਅੰਗ ਸੰਗ ਹੈ। ਸੋ ਦੈਟ ਆਓ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਜੋ ਅੱਜ ਵਚਨ ਖੋਲਿਆ ਗਿਆ ਹੈ
ਤੇ ਅਸੀਂ ਉਸ 'ਤੇ ਥੋੜ੍ਹੀ ਡਿਸਕਸ ਕਰਾਂਗੇ। ਔਰ ਅੱਜ ਦਾ ਮੇਰਾ ਵਿਸ਼ਾ ਤੁਹਾਨੂੰ ਮੈਂ ਦੱਸਦਾ ਹਾਂ ਕਿ ਬਿਮਾਰੀ ਕਿਉਂ ਆਉਂਦੀ ਹੈ। ਬਿਮਾਰੀ ਕਿਉਂ ਆਉਂਦੀ ਹੈ? ਬਿਮਾਰੀ ਆਉਣ ਦੇ 2 ਕਾਰਨ ਹੋ ਸਕਦੇ ਹਨ। ਪਹਿਲਾਂ ਆਪਾਂ ਵਚਨ ਪੜਾਂਗੇ, बड़ा आशीषित वचन है। इधर से लिखा है, यदि तू अपने खुदा यहोवा का वचन अपने तन मन से सुने, हालेलुया, और जो उसकी दृष्टि में ठीक है वही करे, और उसकी आज्ञाओं पर कान लगाए, हालेलुया, और उसकी सब विधियों को माने, तो जितने रोग मैंने मिस्रियों पर भेजे हैं, हालेलुया, ਜਿਹੜੇ अन्य जाति ਹੈਗੇ ਆ, ठीक है, ਜਿਹੜੇ यहोवा ਨੂੰ नहीं मानते, तो जितने रोग मैंने मिस्रियों पर भेजे हैं उनमें से एक भी तुझ पर ना भेजूंगा, क्योंकि मैं तुम्हारा चंगा करने वाला यहोवा हूँ। आमीन। चंगा करने वाला मतलब ਤੇ ਇੱਥੇ ਇਹਨੂੰ ਯਹੋਵਾ ਰਾਫਾ ਕਹਿੰਦੇ ਆ। ਤੁਸੀਂ ਇੱਥੇ ਲਿਖ ਸਕਦੇ ਆ, ਚੰਗਾ ਕਰਨ ਵਾਲੇ ਦਾ ਮਤਲਬ ਆ ਯਹੋਵਾ ਰਾਫਾ, ਯਹੋਵਾ ਰਾਫਾ। ਹੁਣ ਇਹਨਾਂ ਆਇਤਾਂ ਦੇ ਵਿੱਚ ਪ੍ਰਭੂ ਨੇ ਇੱਕ ਬਹੁਤ ਹੀ ਬੇਮਿਸਾਲ ਸਾਨੂੰ ਵਾਅਦੇ ਦਿੱਤੇ ਆ। ਪ੍ਰਭੂ ਨੇ ਕਿਹਾ, ਮੈਂ ਤੁਹਾਡੇ ਉੱਤੇ ਨਾ, ਤੁਹਾਡੇ ਡੇਰੇ ਦੇ ਵਿੱਚ ਇੱਕ ਵੀ ਬਿਮਾਰੀ ਨਹੀਂ ਭੇਜਾਂਗਾ। ਤੇ ਜੋ वचन ने कहता है कि ज़मीन से आसमान टल जाएगा पर मेरा वचन कभी ना टलेगा। ये जो यहोवा ने कह दिता कि मैं कोई भी बीमारी तेरे डेरे ते नहीं भेजांगा, तो जेकर बीमारी आई आ तो ਉਹਦੇ ਪਿੱਛੇ ਆਪਾਂ 2 ਵਜ੍ਹਾ ਹੋ ਸਕਦੀਆਂ ਜਿਹੜੀਆਂ ਆਪਾਂ ਦੇਖਾਂਗੇ ਅੱਜ, ਜਿੱਦਾਂ ਪ੍ਰਭੂ ਸਾਨੂੰ ਅਗਵਾਈ ਕਰੇਗਾ। ਪਰ ਪ੍ਰਭੂ ਨੇ ਇਹਦੇ ਵਿੱਚ ਇਹ ਦੱਸ ਦਿੱਤਾ ਆ ਕਿ ਇਸ ਵਾਅਦੇ ਨੂੰ ਲੈਣ ਲਈ ਤੁਸੀਂ ਕਰਨਾ ਕੀ ਹੈ। एक बार फिर बड़े ध्यान ना सुनिए, मैं बड़े ध्यान ना हौली हौली पढ़ाऊंगा। यदि तू अपने खुदा यहोवा का वचन तन मन से, मतलब कि पूरे तन दे नाल, मन दे नाल, सामर्थ दे नाल, ते अगे जाके इत्थे लिखा ना, एक होर वचन तुहानूं दसूंगा, और जो उसकी दृष्टि में ठीक है वही करें, मतलब वचन दे अनुसार जे असीं करते हैं, और उसकी आज्ञाओं पर कान लगाएं। जो प्रभु ने सानू आज्ञा दी असीं उसकी आज्ञा नूं मनदे हां। ਇਹ नहीं कि वचन सुन लिया तो असीं ਉਹਦੀ आज्ञा नूं नहीं मन्निया, ठीक है ना, ਉਹਦੀ आज्ञा नूं मनना है। और उसकी सब विधियों को माने, तो जितने रोग मैंने मिस्रियों पर भेजे हैं उनमें से एक भी तुझ पर ना भेजूंगा, क्योंकि मैं तुम्हारा चंगा करने वाला यहोवा हूँ। ਹਾਲੇਲੂਇਆ। ਖੁਦਾ ਦਾ ਕਿੰਨਾ ਅਨਮੋਲ ਵਾਅਦਾ ਇਸ ਛੋਟੇ ਜਿਹੇ ਪਿਆਰੇ ਦੇ ਵਿੱਚ ਛੁਪਿਆ ਹੋਇਆ, ਇੱਕ ਵਰਸ ਦੇ ਵਿੱਚ। ਪਰ ਹੁਣ ਇਸ ਵਰਸ ਨੂੰ, ਇਹਦਾ ਨਾ ਅਸਰ ਲੈਣ ਲਈ ਖੁਦਾ ਨੇ ਸਾਨੂੰ ਕੁਝ ਕੰਡੀਸ਼ਨਾਂ ਦਿੱਤੀਆਂ। ਜੇ ਉਹਨਾਂ ਨੇ ਕਹਿਣਾ ਮੰਨੂਗਾ, ਵਿਧੀਆਂ ਦੇ ਚੱਲਾਂਗੇ, ਵਚਨਾਂ ਤੇ ਚੱਲਾਂਗੇ, ਫਿਰ ਸਮਝ ਕੇ ਚੱਲਾਂਗੇ। ਹੁਣ ਇੱਥੇ 2 ਕੈਟਾਗਰੀਆਂ ਆ ਜਾਂਦੀਆਂ, 2 ਤਰ੍ਹਾਂ ਦੇ ਲੋਕ ਆ ਜਾਂਦੇ ਆ। ਹੁਣ ਇੱਕ ਤਰ੍ਹਾਂ ਦੇ ਪਰਸਨ ਉਹ ਆ ਜਾਂਦੇ ਆ, ਕਹਿੰਦੇ ਮੈਂ ਤਾਂ ਖੁਦਾ ਦੀਆਂ ਵਿਧੀਆਂ ਤੇ ਚੱਲਦਾ ਪਿਆ ਹਾਂ, ਮੇਰੇ ਘਰ ਦੇ ਵਿੱਚ ਤਾਂ ਹੁਣ ਅਸੀਂ ਪ੍ਰਭੂ ਦਾ ਵਚਨ ਦੇ ਵਿੱਚ ਅਸੀਂ ਵੱਧ ਰਹੇ ਹਾਂ, ਠੀਕ ਹੈ ਜੀ, ਪ੍ਰਭੂ ਦੇ ਵਚਨ 'ਚ ਅਸੀਂ ਵੱਧਦੇ ਪਏ ਹਾਂ, ਅਸੀਂ ਪ੍ਰਭੂ ਦੇ ਵਚਨਾਂ ਨੂੰ ਮੰਨ ਵੀ ਰਹੇ ਹਾਂ, ਤੇ ਫਿਰ ਜੇ ਬਿਮਾਰੀ ਆਈ ਤਾਂ ਕਿਉਂ ਆਈ? ਸਾਡੇ ਦਿਮਾਗ 'ਚ ਕਈ ਵਾਰੀ ਇਹ ਗੱਲ ਆਉਣੀ ਸ਼ੁਰੂ ਹੋ ਜਾਂਦੀ। ਜਦੋਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਸ਼ੁਰੂ ਆਉਂਦੀ ਆ, ਤੇ ਇੱਥੇ ਸਭ ਤੋਂ ਪਹਿਲਾਂ ਸਾਡੇ ਅਧਿਆਇ ਆਉਂਦਾ ਅਯੂਬ, ਇੱਕ ਕਰੈਕਟਰ ਆਉਂਦਾ ਬਾਈਬਲ ਦੇ ਵਿੱਚ। ਅਯੂਬ ਦੇ ਉੱਤੇ ਬਿਮਾਰੀ ਇਸ ਕਰਕੇ ਆਈ ਸੀ ਕਿਉਂਕਿ ਉਹਦੀ ਪ੍ਰੀਖਿਆ ਹੋਈ ਸੀ। ਹੁਣ ਇੱਥੇ ਇੱਕ ਚੀਜ਼ ਮਨ 'ਚ ਰੱਖਣੀ ਆ, ਤੇ ਜੇਕਰ ਬਿਮਾਰੀ ਆ ਰਹੀ ਆ ਤੇ ਹੋ ਸਕਦਾ ਆ ਕਿ ਸਾਡੀ ਪ੍ਰੀਖਿਆ ਹੀ ਪ੍ਰਭੂ ਲੈਂਦਾ ਹੋਵੇ। ਪ੍ਰਭੂ ਦੇਖਦਾ ਵੇ, ਹਾਂ ਵੀ ਇਹ ਪ੍ਰੀਖਿਆ ਦੇ ਵਿੱਚ ਮਤਲਬ ਕਿ ਡਟੇ ਹੋਏ ਰਹਿੰਦੇ ਆ ਕਿ ਨਹੀਂ ਹੁੰਦੇ, ਕਿ ਇਹ ਡੋਲ ਤਾਂ ਨਹੀਂ ਜਾਂਦੇ, ਘਬਰਾ ਤਾਂ ਨਹੀਂ ਜਾਂਦੇ, ਮੇਰੇ ਤੇ ਵਿਸ਼ਵਾਸ ਇਹਨਾਂ ਦਾ ਘਟਦਾ ਹੈ ਕਿ ਵੱਧਦਾ ਆ। ਆਪਾਂ ਕੱਲ ਵੀ ਇੱਕ ਗੱਲ ਕੀਤੀ ਸੀ, ਇੱਕ ਛੋਟੀ ਬਹੁਤ ਸੋਹਣੀ ਐਗਜ਼ਾਮਪਲ ਲਈ ਸੀਗੀ ਕਿ ਇੱਕ ਗੁਰੂ ਨੇ ਜਦੋਂ ਆਪਣੇ ਚੇਲਿਆਂ ਨੂੰ ਕਿਹਾ, ਤੇ ਉਸ ਜਿਹੜੇ ਸ਼ਿਸ਼ਿਆਂ ਨੇ ਉਹਦਾ ਸਾਰਿਆਂ ਦੇ ਵਿੱਚੋਂ ਉਹਦਾ ਵਿਸ਼ਵਾਸ ਇੱਦਾਂ ਸੀਗਾ ਕਿ ਉਹਦਾ ਵਿਸ਼ਵਾਸ ਘਟਿਆ ਨਹੀਂ, ਉਹਦਾ ਵਿਸ਼ਵਾਸ ਵੱਧਦਾ ਗਿਆ। ਤੇ ਅਸੀਂ ਉਸ ਕੈਟੇਗਰੀ ਦੇ ਵਿੱਚ ਆਉਣਾ ਹੈ, ਅਸੀਂ ਖੁਦਾ ਦੇ ਵਚਨ ਦੇ ਵਿੱਚ ਅੱਗੇ ਵਧਣਾ ਹੈ। ਤੇ ਔਰ ਮੈਂ ਵਿਸ਼ਵਾਸ ਕਰਦਾ ਹਾਂ
ਕਿ ਇਸ ਘਰ ਦੇ ਵਿੱਚ ਯਹੋਵਾ ਦੀ ਆਮਦ ਹੋ ਚੁੱਕੀ ਹੈ ਤੇ ਖੁਦਾ ਦੀ ਆਮਦ ਹੋਈ ਹੈ ਤੇ ਜਿਸ ਤਰ੍ਹਾਂ ਅਸੀਂ ਖੁਦਾ ਦੇ ਵਿੱਚ ਅੱਗੇ ਵੱਧ ਰਹੇ ਹਾਂ ਸ਼ੈਤਾਨ ਨੂੰ ਲੱਗ ਰਹੀ ਆ ਅੱਗ। ਹਾਲੇਲੂਇਆ। ਸੋ ਦੈਟ ਅਸੀਂ ਡਰਨਾ ਨਹੀਂ, ਘਬਰਾਣਾ ਨਹੀਂ, ਕਿਉਂਕਿ ਅਸੀਂ ਗੀਤ ਗਾਇਆ ਵਾ ਕਿ ਮੈਂ ਕਿਉਂ ਡਰਾਂ, ਮੈਂ ਕਿਉਂ ਡਰਾਂ ਜਦ ਮੇਰਾ ਖੁਦਾ, ਮੇਰਾ ਪਿਤਾ, ਮੇਰਾ ਸਵਰਗੀ ਪਿਤਾ ਮੇਰੇ ਨਾਲ ਹੈ, ਉਹਦੇ ਸਵਰਗ ਦੂਤਾਂ ਦੀ ਬਾੜ ਮੇਰੇ ਨਾਲ ਹੈ, ਖੁਦਾ ਦਾ ਲਹੂ ਇਸ ਘਰ ਦੇ ਚਗਾਠਾਂ ਤੇ ਲੱਗਿਆ ਹੋਇਆ ਹੈ ਤੇ ਮੈਂ ਕਿਉਂ ਡਰਾਂ, ਖੁਦਾ ਮੇਰੇ ਅੰਗ ਸੰਗ ਹੈ। ਹਾਲੇਲੂਇਆ। ਤੇ ਸ਼ੈਤਾਨ ਨੂੰ ਕੀ ਕਰਨਾ, ਅਸੀਂ ਯੀਸ਼ੂ ਨਾਂ ਦੇ ਵਿੱਚ ਬੰਨ ਕੇ ਉਹਨੂੰ ਝਿੜਕਣਾ ਹੈ। ਇਹ ਬਿਮਾਰੀ, ਇਹ ਸ਼ੈਤਾਨ ਤੈਨੂੰ ਯੀਸ਼ੂ ਨਾਂ ਦੇ ਵਿੱਚ ਬੰਨ ਕੇ ਦਫਾ ਕਰਦੇ ਆ। ਹਾਲੇਲੂਇਆ। ਸਾਡੇ ਡੇਰੇ ਦੇ ਵਿੱਚ ਤੂੰ ਠਹਿਰ ਨਹੀਂ ਸਕਦੇ ਕਿਉਂਕਿ ਯਹੋਵਾ ਦਾ ਪ੍ਰੋਮਿਸ ਸਾਡੇ ਨਾਲ ਹੈ, ਕਿਉਂਕਿ ਯਹੋਵਾ ਚੰਗਾ ਕਰਨ ਵਾਲਾ ਖੁਦਾ ਸਾਡੇ ਅੰਗ ਸੰਗ ਹੈ, ਉਹਦੇ ਅਨਮੋਲ ਵਾਅਦੇ ਸਾਡੇ ਨਾਲ ਹੈ। ਕਿਉਂਕਿ ਖੁਦਾ ਨੇ ਕਿਹਾ ਕਿ ਜਿੰਨੇ ਰੋਗ ਮੈਂ ਮਿਸਰੀਆਂ ਤੇ ਭੇਜਾਂਗਾ ਉਹਨਾਂ ਵਿੱਚੋਂ ਇੱਕ ਵੀ ਤੇਰੇ ਉੱਤੇ ਨਾ ਆਏਗਾ, ਕਿਉਂਕਿ ਮੈਂ ਤੇਰਾ ਖੁਦਾ ਚੰਗਾ ਕਰਨ ਵਾਲਾ ਖੁਦਾ ਹਾਂ, ਮੈਂ ਯਹੋਵਾ ਰਾਫਾ ਹਾਂ। ਆਮੀਨ। ਖੁਦਾਵੰਦ ਦਾ ਬੜਾ ਧੰਨਵਾਦ ਕਰਦੇ ਹਾਂ, ਉਹਦੀ ਤਾਰੀਫ ਕਰਦੇ ਹਾਂ। ਸੱਚਾ ਖੁਦਾ ਦਾ ਅਨਮੋਲ ਵਾਅਦਾ ਸਾਡੇ ਨਾਲ ਹਾਂ, ਕਿਉਂਕਿ ਅਸੀਂ ਇਬਰਾਹਿਮ ਦੇ ਵੰਸ਼ ਹਾਂ ਔਰ ਇਬਰਾਹਿਮ ਦੇ ਵੰਸ਼ ਦੇ ਉੱਤੇ ਖੁਦਾ ਨੇ ਇੱਕ ਬਹੁਤ ਹੀ ਪਿਆਰੀ ਆਸ਼ੀਸ਼ ਦਿੱਤੀ ਹੈ। ਹਾਲੇਲੂਇਆ। ਤੈਨੂੰ ਤੁਸੀਂ ਵਚਨ ਕੱਢ ਹੀ ਲਓ, ਇਹ ਤੁਸੀਂ ਕੱਢੋ। ਹਾਂ, ਇਦਾਂ ਕਰੋ। ਉਹ ਵਚਨ ਹੈਗਾ ਉਤਪਤੀ ਦੇ ਵਿੱਚ, ਸ਼ਾਇਦ 12 ਦੇ ਵਿੱਚ ਲਿਖਿਆ ਹੈਗਾ ਆ, ਆਪਾਂ ਪੜ੍ਹਦੇ ਹਾਂ। ਹਾਂ, ਤੇ ਉਹਦੇ ਵਿੱਚ ਤੁਸੀਂ ਇਦਾਂ ਕਰੋ, ਉਤਪਤੀ 12 ਉਹਦਾ 1 ਤੋਂ ਹੀ ਪੜ੍ਹ ਦਿਓ, 3 तक पढ़ो। यहोवा की ओर से अब्राहम के बुलाए जाने का वर्णन। यहोवा ने अब्राहम से कहा, यस, अपने देश और अपने कुटुंबियों और अपने पिता के घर को छोड़कर उस देश में चला जा जो मैं तुझे दिखाऊंगा। रुको इत्थे, आमीन, रुको जरा कि ਹੁਣ ਕਹਿਣ ਦਾ ਭਾਵ ਇਹ ਆ, ਖੁਦਾ ਨੇ ਸਾਨੂੰ ਇੱਕ ਕੰਮ ਦਿੱਤਾ ਸੀਗਾ ਕਿ ਉਹ ਕੰਮ ਅਸੀਂ ਕੀਤਾ। ਹੁਣ ਇੱਥੇ ਪਹਿਲਾਂ ਧਿਆਨ ਨਾਲ ਸੁਣਿਓ, मैं पढ़ता वाँ। यहोवा ने अब्राम से कहा, अपने देश, अपने कुटुंबियों और अपने पिता के घराने को छोड़कर उस देश में चला जा जो मैं तुझे दिखाऊंगा। ਹੁਣ ਕਹਿਣ ਦਾ ਭਾਵ ਆ, ਅਸੀਂ ਹੋਰ ਧਰਮ ਦੇ ਵਿੱਚ ਜਨਮ ਲਿਆ, ਹਿੰਦੂਇਜ਼ਮ ਦੇ ਵਿੱਚ ਲਿਆ, ਕਿ ਆਹ ਚੀਜ਼ ਸਾਡੇ ਨਾਲ ਨਹੀਂ ਹੋਈ ਕਿ ਅਸੀਂ ਵੀ ਤਾਂ ਅਨਿਆ ਜਾਤੀਆਂ ਦੇ ਵਿੱਚ, ਜਿੱਦਾਂ ਹੁਣ ਲੋਕ 33 ਕਰੋੜ ਦੇਵੀ ਦੇਵਤਾ ਨੂੰ ਪੂਜਦੇ ਸੀ, ਅਸੀਂ ਵੀ ਤਾਂ ਪੂਜਦੇ ਸੀ, ਕਿ ਅਸੀਂ ਉਹਨਾਂ ਨੂੰ ਛੱਡਿਆ ਨਹੀਂ, ਅਸੀਂ ਉਹਨਾਂ ਨੂੰ ਛੱਡਿਆ, ਅਸੀਂ ਇਹ ਕੰਡੀਸ਼ਨ ਪੂਰੀ ਕੀਤੀ। ਹਾਲੇਲੂਇਆ। ਜਦ ਅਸੀਂ ਇਸ ਕੰਡੀਸ਼ਨ ਨੂੰ ਪੂਰੀ ਕੀਤੀ, ਅੱਜ ਅਸੀਂ ਯਹੋਵਾ ਦੀ ਸਤੁਤੀ ਕਰਦੇ, ਉਹਦੀ ਪ੍ਰਸ਼ੰਸਾ ਕਰਦੇ, ਅਸੀਂ ਕਹਿੰਦੇ ਕਿ ਸਰਵ ਗੁਣ ਸਰਵ ਸੰਪन्न खुदा सिर्फ एक ही है, एकमात्र खुदा है, जो मतलब कि इब्राहिम, इसहाक ते इजराइल ਦਾ खुदा है, ਉਹ ਯਹੋਵਾ खुदा है। ਆਮੀਨ। ਅਸੀਂ ਆਪਣੇ ਪਿਓ ਦਾਦਿਆਂ ਦੇ ਜਿਹੜੇ ਮੰਨਦੇ ਸੀ, ਅਸੀਂ ਉਹਨਾਂ ਨੂੰ ਛੱਡ ਦਿੱਤਾ ਤੇ ਇਹ ਕੰਡੀਸ਼ਨ ਅਸੀਂ ਯੀਸ਼ੂ ਨਾਮ 'ਚ ਪੂਰੀ ਕੀਤੀ। ਹਾਲੇਲੂਇਆ। ਜਦ ਅਸੀਂ ਕੰਡੀਸ਼ਨ ਨੂੰ ਪੂਰੀ ਕੀਤਾ ਆ ਤੇ ਇਹਦਾ ਮਤਲਬ ਸਾਡੇ ਲਈ ਅਗਲੀਆਂ ਆਇਤਾਂ ਦੇ ਵਿੱਚ ਇੱਕ ਆਸ਼ੀਸ਼ ਰੱਖੀ ਹੋਈ ਹੈ। ਹਾਲੇਲੂਇਆ। ਦੂਸਰੀ ਆਇਤ ਤੋਂ ਸਿਸਟਰ ਪੜੋ ਤੁਸੀਂ। और मैं तुझसे एक बड़ी जाति बनाऊंगा, आमीन, और तुझे आशीष दूंगा और तेरा नाम महान करूंगा, यस, और तू आशीष का मूल होगा। आमीन। जो तुझे आशीर्वाद दे उन्हें मैं आशीष दूंगा, और जो तुझे कोसे उसे मैं शाप दूंगा, और भूमंडल के सारे कुल तेरे द्वारा आशीष पाएंगे। आमीन। प्रभु का धन्यवाद करते हैं। देखो कितना ही अनमोल वायदा प्रभु ने सानू दिता है, एक प्रॉमिस दिता है। ਹੁਣ ਦੇਖੋ ਅਸੀਂ ਪਹਿਲੀ ਕੰਡੀਸ਼ਨ ਨੂੰ ਪੂਰੀ ਕੀਤਾ, ਪਹਿਲੀ ਕੰਡੀਸ਼ਨ ਨੂੰ ਪੂਰੀ ਕੀਤਾ, ਅਸੀਂ ਵੀ ਮੰਨਦੇ ਸੀ, ਮੂਰਤੀ ਪ੍ਰਥਾ ਕਰਦੇ ਸੀਗੇ, ਠੀਕ ਹੈ। ਅੱਜ ਅਸੀਂ ਮੂਰਤੀ ਪ੍ਰਥਾ ਨੂੰ ਛੱਡਿਆ, ਅਸੀਂ ਮੰਨਦੇ ਹਾਂ ਕਿ ਯਹੋਵਾ ਇੱਕ ਮਾਤਰ ਸੱਚਾ ਖੁਦਾ ਹੈ, ਕਿ ਖੁਦਾ ਇੱਕ ਆਤਮਾ ਹੈ। ਅਸੀਂ ਅੱਜ ਮੂਰਤੀ ਪ੍ਰਥਾ ਨਹੀਂ ਕਰਦੇ, ਕੈਲੰਡਰ ਦੇ ਸਾਹਮਣੇ ਮੱਥੇ ਨਹੀਂ ਟੇਕਦੇ, ਅਸੀਂ ਅੱਜ ਮੂਰਤੀਆਂ ਦੇ ਚੜੇ ਹੋਏ ਪ੍ਰਸ਼ਾਦ ਨਹੀਂ ਖਾਂਦੇ, ਠੀਕ ਹੈ ਜੀ। ਅਸੀਂ ਸਭ ਕੰਮ ਉਹ ਜਿਹੜੇ ਸ਼ੈਤਾਨ ਦੇ ਸੀ ਅਸੀਂ ਛੱਡ ਦਿੱਤੇ। ਜਦ ਅਸੀਂ ਇਹ ਚੀਜ਼ ਛੱਡੀ, ਜਦੋਂ ਅਸੀਂ ਖੁਦਾ ਵੱਲ ਇੱਕ ਕਦਮ ਵਧਾਇਆ ਤੇ ਖੁਦਾ ਨੇ ਸਾਡੇ ਵੱਲ ਦੇਖੋ ਕਿੰਨੀਆਂ ਆਸ਼ੀਸ਼ ਦੇ ਭੰਡਾਰ ਖੋਲ ਦਿੱਤੇ। ਇਸ ਆਇਤ ਵਿੱਚ ਪੜਾਂਗਾ, ਮੈਂ ਲਿਖਿਆ ਵਾ कि मैं तुझसे एक बड़ी जाति बनाऊंगा और तुझे आशीष दूंगा और तेरा नाम महान करूंगा और तू आशीष का मूल होगा, और जो तुझे आशीष दे, आशीष मतलब आशीर्वाद लिखा है, आशीष कहूँगा, बिब्लिकल शब्द वो सही है, जो तुझे आशीष दे उन्हें मैं आशीष दूंगा, और जो तुझे कोसे उसे मैं शराप दूंगा,
और भूमंडल के सारे कुल तेरे नाम द्वारा आशीष पाएंगे। आमीन। ਸੋ ਕਹਿਣ ਦਾ ਮਤਲਬ ਆ ਜਦੋਂ ਅਸੀਂ ਇਸ ਕੰਡੀਸ਼ਨ ਨੂੰ ਪੂਰਾ ਕਰ ਦਿੱਤਾ, ਦੇਖੋ ਸਾਡੇ ਲਈ ਆਸ਼ੀਸ਼ ਦੇ ਭੰਡਾਰ ਖੁੱਲ ਗਏ। ਹਾਲੇਲੂਇਆ। ਕਿਉਂਕਿ ਦੇਖੋ ਜੇਕਰ ਅੱਜ ਸਾਨੂੰ ਕੋਈ ਆਸ਼ੀਸ਼ ਦਿੰਦਾ ਹੈ ਨਾ, ਕਿਉਂਕਿ ਅਸੀਂ ਯਹੋਵਾ ਨੂੰ ਮੰਨਣ ਵਾਲੇ ਆ, ਅਸੀਂ ਉਹਦੇ ਪੁੱਤਰ ਧੀਆਂ ਆ, ਜਦ ਅਸੀਂ ਕਿਸੇ ਨੂੰ ਆਸ਼ੀਸ਼, ਜੇ ਸਾਨੂੰ ਕੋਈ ਆਸ਼ੀਸ਼ ਦਿੰਦਾ ਤੇ ਸਾਡੇ ਕੋਲੋਂ ਆਸ਼ੀਸ਼ ਨੂੰ ਪਾਉਂਦਾ ਹੈ। ਜੇਕਰ ਸਾਨੂੰ ਕੋਈ ਸ਼ਰਾਪ ਦਿੰਦਾ ਹੈ ਤੇ ਆਟੋਮੈਟਿਕਲੀ ਉਹਦੇ ਉੱਤੇ ਸ਼ਰਾਪ ਆ ਜਾਂਦਾ ਹੈ। ਕਿਉਂਕਿ ਅੱਜ ਅਸੀਂ ਕਿਹਦੇ ਵੰਸ਼ ਹਾਂ? ਇਬਰਾਹਿਮ ਦੇ ਵੰਸ਼ ਹਾਂ। ਤੇ ਇਬਰਾਹਿਮ ਦਾ ਵੰਸ਼ ਜਿਹੜਾ ਹੈ ਉਹ ਯੀਸ਼ੂ ਮਸੀਹ ਦਾ ਵੰਸ਼ ਹੈ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ ਕਿ ਸਾਨੂੰ ਆਸ਼ੀਸ਼ ਜੇ ਕੋਈ ਦੇਗਾ ਉਹ ਆਸ਼ੀਸ਼ ਨੂੰ ਪਾਏਗਾ, ਜੇ ਸਾਨੂੰ ਕੋਈ ਸ਼ਰਾਪ ਦੇਗਾ ਤੇ ਉਹ ਸ਼ਰਾਪਿਤ ਹੋਏਗਾ। ਇਸ ਕਰਕੇ ਇਸ ਚੀਜ਼ ਨੂੰ ਲੈ ਕੇ ਚੱਲੋ ਕਿ ਅਸੀਂ ਖੁਦਾ ਦੇ ਬੱਚੇ ਆ ਤੇ ਆਹ ਵਾਅਦਾ ਸਾਡੇ ਲਈ ਪੂਰਾ ਹੋਇਆ ਹੈ। ਆਮੀਨ। ਸੋ ਦੈਟ ਇੱਕ ਹੁਣ ਹੋਰ ਵਰਸ ਹੈਗੀ ਆ, ਇੱਥੇ ਕੱਢਾਂਗੇ। ਤੁਸੀਂ ਕੱਢੋ ਦੂਸਰਾ ਰਾਜਾ। दूसरा राजा कितना? ਦੂਸਰਾ ਰਾਜਾ 5 ਕੱਢਣਾ ਆਪਾਂ। ये काट लो पानी दूसरा राजा। ਦੂਸਰਾ ਰਾਜਾ 5 ਕੱਢ ਲਓ। ये पुराने ਪੁਰਾਣੇ ਅੱਜ ਆਪਾਂ ਇਸ ਵਚਨ ਨੂੰ ਜਦੋਂ ਪੜ੍ਹਨ ਜਾ ਰਹੇ ਹਾਂ, ਅਸੀਂ ਫਰਕ ਦੇਖਾਂਗੇ ਕਿ ਇਹਦੇ ਵਿੱਚ ਦੋ ਇਨਸਾਨ ਆਪਣੇ ਸਾਹਮਣੇ ਨਜ਼ਰ ਆਣਗੇ। ਇੱਕ ਦੀ ਬਿਮਾਰੀ ਆਈ ਸੀਗੀ ਕਿ ਪ੍ਰਭੂ ਨੂੰ ਮਹਿਮਾ ਮਿਲ ਸਕੇ, ਇੱਕ ਨੂੰ ਬਿਮਾਰੀ ਆਈ ਕਿਉਂਕਿ ਉਹਨੇ ਯਹੋਵਾ ਦੇ ਵਚਨ ਦਾ ਇਨਕਾਰ ਕੀਤਾ। ਅੱਜ ਅਸੀਂ ਇਸ ਚੀਜ਼ ਨੂੰ ਦੇਖਾਂਗੇ। ਮੇਰਾ ਵਿਸ਼ਾ ਹੀ ਇਹ ਹੈ ਕਿ ਬਿਮਾਰੀ ਕਿਉਂ ਆਂਦੀ ਆ। ਠੀਕ ਹੈ ਜੀ। ਉਹਦੀਆਂ ਦੋ ਵਜ੍ਹਾ ਹੋ ਸਕਦੀਆਂ। ਜਾਂ ਤਾਂ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਤਰੱਕੀ ਕਰ ਰਹੇ ਹਾਂ, ਵੱਧ ਰਹੇ ਹਾਂ, ਤੇ ਉਹ ਸਾਡੀ ਬਿਮਾਰੀ ਜਿਹੜੀ ਆਈ ਆ ਪ੍ਰੀਖਿਆ ਦੇ ਲਈ ਆਈ ਆ। ਤੇ ਜੇਕਰ ਅਸੀਂ ਪ੍ਰਭੂ ਦੇ ਵਚਨ ਦਾ ਨਿਰਾਦਰ ਕਰ ਰਹੇ ਹਾਂ, ਪ੍ਰਭੂ ਦਾ ਵਚਨ ਨਹੀਂ ਮੰਨ ਰਹੇ ਹਾਂ, ਤੇ ਬਿਮਾਰੀ ਸਾਨੂੰ ਉਸ ਸ਼ਰਾਪ ਦੇ ਰੂਪ 'ਚ ਆ ਰਹੀ ਹੈ। ਦੋ ਕੰਡੀਸ਼ਨਾਂ ਹੈਗੀਆਂ। ਔਰ ਮੈਂ ਵਿਸ਼ਵਾਸ ਕਰਦਾ ਹਾਂ ਤੇ ਇਸ ਘਰ 'ਚ ਜੇਕਰ ਬਿਮਾਰੀ ਆਈ ਆ ਉਹ ਖੁਦਾ ਦੀ ਮਹਿਮਾ ਦੇ ਲਈ ਆਈ ਹੈ, ਕਿਉਂਕਿ ਅਸੀਂ ਖੁਦਾ ਦੇ ਵਿੱਚ ਅੱਗੇ ਵੱਧ ਰਹੇ ਹਾਂ। ਉਹ ਪ੍ਰੀਖਿਆ, ਲੇਕਿਨ ਇਹ ਪ੍ਰੀਖਿਆ ਥੋੜੇ ਸਮੇਂ ਦੀ ਹੈ ਔਰ ਪ੍ਰੀਖਿਆ ਬਹੁਤ ਜਲਦ ਖਤਮ ਹੋ ਜਾਣੀ ਹੈ। ਔਰ ਮੈਂ ਕਹਿੰਦਾ ਕਿ ਅੱਜ ਇਹ ਪ੍ਰੀਖਿਆ ਖਤਮ ਹੋ ਜਾਏਗੀ। ਆਮੀਨ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਸਿਸਟਰ ਤੁਸੀਂ ਪੜ੍ਹੋ 5 ਨੰਬਰ ਚੈप्टर ਤੋਂ। नामान पढ़ी है। ਹਾਂਜੀ, ਇਹ ਪਹਿਲਾਂ ਪੜ੍ਹਨਾ ਹੈ। अराम के राजा का नामान नामक सेनापति अपने स्वामी की दृष्टि में बड़ा और प्रतिष्ठित पुरुष था, क्योंकि यहोवा ने उसके द्वारा अरमियों को विजय किया था। वह शूरवीर था परंतु कोड़ी था। ਰੁਕੋ ਇੱਥੇ। ਹਾਲੇਲੂਇਆ। ਸੋ ਦੈਟ ਇੱਥੇ ਪਹਿਲਾਂ ਅਸੀਂ ਜਿਹੜੀ ਕਹਾਣੀ ਇੱਥੇ ਚੱਲਣ ਲੱਗੀ ਉਹਨੂੰ ਸਮਝ ਲਈਏ ਕਿ ਇਹਦੀ ਬੈਕਗ੍ਰਾਉਂਡ ਕੀ ਹੈ। ਆਰਾਮ ਇੱਕ ਸਟੇਟ ਹੈਗੀ ਆ, ਇੱਕ ਰਾਜ ਹੈਗਾ ਵਾ। ਉੱਥੇ ਦਾ ਇੱਕ ਰਾਜਾ ਹੈਗਾ ਆ। ਠੀਕ ਹੈ ਜੀ। ਤੇ ਆਰਾਮ ਕੇ ਰਾਜਾ ਕਾ ਨਾਮਾਨ ਨਾਮਕ ਸੈਨਾਪਤੀ, ਮਤਲਬ ਨਮਾਨ ਨਾਮ ਦਾ ਨਾ ਇੱਕ ਸੈਨਾਪਤੀ ਆ। ਠੀਕ ਹੈ ਜੀ। ਜਿਹੜਾ ਉਹਦਾ ਉਸ ਰਾਜੇ ਦਾ ਸੈਨਾਪਤੀ ਹੈ, अपने स्वामी की दृष्टि में बड़ा ही प्रतिष्ठित और मतलब कि प्रतिष्ठित पुरुष था, क्योंकि यहोवा ने उसके द्वारा अरामियों को विजय किया था। वह शूरवीर और परंतु कोड़ी था। मतलब कि वो एक बहुत ही शूरवीर योद्धा सीगा, लड़ाई लड़न दे विच बहुत ही महारत सीगी। इस मतलब कि सैनापति के बलबूते ते ना उस राजे ने ना लेकिन लड़ाई जित्ती सीगी। इस करके ਉਹਦੀ ਬਹੁਤ ਪ੍ਰਤਿਸ਼ਠਾ ਸੀ, ਉਹਦਾ ਵੱਡਾ ਸੀਗਾ ਇਹਦਾ। ਹਾਲੇਲੂਇਆ। दूसरी आयत तो सिस्टर पढ़ो। अरामी लोग दल बांधकर इस्राएल के देश में जाकर वहां से एक छोटी लड़की बंदी बनाकर ले आए थे और वह नामान की पत्नी की सेवा करती थी। रुको इत्थे। हालेलुया। लिखाई छोटी है कि वड्डी है? ठीक है, गॉड ब्लेस यू। ਹੁਣ ਇੱਥੇ ਇੱਕ ਹੋਰ ਇੱਕ ਸੈਗਮੈਂਟ ਆਂਦਾ, ਧਿਆਨ ਨਾਲ ਸੁਣਿਓ ਇੱਥੋਂ। ਜਿਹੜੇ आरामी लोग दल बांधकर इजराइल के देश में जाकर वहाँ से एक छोटी लड़की बंदी बनाकर ले आए और वह नामान की पत्नी की सेवा करती थी। ਹੁਣ ਕਹਿਣ ਦਾ ਮਤਲਬ ਸੇ ਸਿੱਧਾ ਹੁਣ ਜਾਣਦੇ ਆ ਕਿ ਇੱਕ ਦੇਸ਼ ਦੂਸਰੇ ਦੇਸ਼ ਤੇ ਚੜਾਈ ਜਦੋਂ ਕਰਦਾ ਹੈ ਨਾ, ਲੜਾਈ ਲੜਦੇ ਆ ਨਾ, ਉੱਥੇ ਦਾ ਜਿਹੜੀ ਮਤਲਬ ਕਿ ਨਾ ਉਹ ਲੋਕਾਂ ਨੂੰ ਬੰਦੀ ਬਣਾ ਕੇ ਲੈ ਆਉਂਦੇ ਹੁੰਦੇ ਸੀਗੇ, ਤੋਂ ਸਮਾਨ ਲੁੱਟ ਕੇ ਲੈ ਆਉਂਦੇ ਹੁੰਦੇ ਸੀ। ਹੁਣ ਇੱਥੇ ਜਿਹੜਾ ਆਰਾਮ ਦਾ ਰਾਜਾ ਸੀਗਾ, ਉਹਨੇ ਇਜ਼ਰਾਈਲ ਤੇ ਚੜਾਈ ਕੀਤੀ ਤੇ ਉਹਨੇ ਉੱਥੋਂ ਜਿਹੜੀ ਲੜਾਈ ਜਦੋਂ ਜਿੱਤੀ ਤੇ ਉੱਥੇ ਇੱਕ ਨਾ ਛੋਟੀ ਜਿਹੀ ਲੜਕੀ ਸੀਗੀ, 10-12 ਸਾਲ ਦੀ ਇੱਕ ਲੜਕੀ ਸੀਗੀ, ਤੇ ਉਹਨਾਂ ਨੇ ਬੰਦੀ ਬਣਾ ਕੇ ਲੈ ਕੇ ਆ ਗਏ ਸੀ। ਉਹ ਲੜਕੀ ਸੀਗੀ ਇਜ਼ਰਾਈਲੀ ਲੜਕੀ।
ਹਾਲੇਲੂਇਆ। ਤੋ ਇੱਥੇ ਮੈਂ ਇੱਕ ਗੱਲ ਕਵਾਂਗਾ ਕਿ ਇਸ ਘਰ ਦੇ ਵਿੱਚ ਵੀ ਇੱਕ ਇਜ਼ਰਾਈਲੀ ਲੜਕੀ ਇੱਦਾਂ ਦੀ ਹੈ ਜਿਹੜੀ ਸਾਰਿਆਂ ਲਈ ਬਰਕਤ ਦਾ ਬਾਇਸ ਬਣੀ ਹੋਈ ਹੈ। आमीन। ਗੋਡ ਬlesਸ ਯੂ। ਕਿਉਂਕਿ ਇੱਥੇ ਲਿਖਿਆ नहीं है, ये एक वह छोटी लड़की जो बच्ची बंदी बनाकर लाई गई थी, नूआन की पत्नी की सेवा करती थी, वो एक सच्ची इजराइली ਸੀਗੀ, ਸੱਚੀ ਇਜ਼ਰਾਈਲੀ ਸੀਗੀ ਉਹ, ਜਿਹਦੇ ਨਾਲ ਸਾਰਿਆਂ ਨੂੰ ਬਰਕਤ ਮਿਲਣ ਜਾ ਰਹੀ ਹੈ। ਅੱਗੇ ਜਾ ਕੇ ਪੜਾਂਗੇ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਸਿਸਟਰ ਤੁਸੀਂ ਨਾ ਇੱਥੇ ਤੀਸਰੀ ਆਇਤ ਤੋਂ ਪੜੋ। उसने अपनी स्वामिनी से कहा, यदि मेरा स्वामी शोमरोन के भविष्यद्वक्ता के पास होता तो क्या ही अच्छा होता, यस, क्योंकि वह उसको कोढ़ से चंगा कर देता। आमीन। तो नामान ने अपने प्रभु के पास जाकर कह दिया, इजरायली लड़की इस प्रकार कहती है, आराम के राजा ने कहा, तू जा, मैं इस्राएल के राजा के पास एक पत्र भेजूंगा। रुको ਇੱਥੇ। ਆਮੀਨ। ਹੁਣ ਇੱਥੇ ਦੇਖੋ ਕਿ ਲਿਖਿਆ ਹੈਗਾ ਕਿ ਜਿਹੜੀ ਉਹ ਛੋਟੀ ਲੜਕੀ ਬੰਦੀ ਬਣਾ ਕੇ ਲਿਆਈ ਗਈ ਸੀਗੀ, ਉਹ ਜਿਹੜਾ ਨਮਾਨ ਮਤਲਬ ਕਿ ਸੈਨਾਪਤੀ ਸੀ, ਉਹਦੀ ਇੱਕ ਪਤਨੀ ਸੀ, ਉਹਦੀ ਸੇਵਾ ਟਹਿਲ ਕਰਨ ਵਾਲੀ ਸੀ। ਠੀਕ ਹੈ ਜੀ। ਹੁਣ ਇੱਥੇ ਜਦੋਂ ਉਹ ਨਮਾਨ ਨੂੰ ਕੋੜ ਹੋਇਆ ਪਿਆ ਸੀਗਾ ਤੇ ਉਸਨੇ ਆਪਣੀ ਸਵਾਮਨੀ ਸੇ ਕਹਾ, यदि मेरा स्वामी शोमरोन के भविष्यद्वक्ता के पास होता तो क्या ही अच्छा होता, क्योंकि वह उसको कोर्ट से चंगा कर देता। इत्थे एक जिक्र आ रहा है एक भविष्यद्वक्ता का। इजराइल च तुहानूं पता समय समय ते खुदा ने नबी भेजे, इजराइल दे विच खुदा ने भविष्यद्वक्ता भेजे। हुण क्योंकि निसंग यहोवा उन्हें जब तक कोई गल नहीं करदा जिन्ने तक अपने नबी 10 साल दोबारा वचन ना भेजे, क्योंकि खुदा ने जिहड़ी गल नबी दे द्वारा करनी है। आप देखते हैं मूसा आया, एलिया आया, अलीशा आया, यहोशू आया, बड़े बड़े नबी जिहड़े है पौलुस आया, ये सब नबी से जिन्हां ने नबी दे द्वारा ही खुदा ने गल की। ठीक है। तो इत्थे वो जिहड़ी लड़की छोटी लड़की आ वो कहंदी कि जेकर मेरा स्वामी मतलब कि इस घर का जिहड़ा मालक आ नमान जे कर उत्थे इजराइल च हुंदा, जिहड़ा उत्थे साडा भविष्य दा वक्ता ना उन्हें चंगा कर देना सी। उन्हें दस्सिया। उसने अपनी स्वामिनी से कहा, यदि मेरा स्वामी शोमरोन के भविष्यद्वक्ता के पास होता तो क्या ही अच्छा होता, क्योंकि वह उसके कोर्ट से चंगा कर देता। वह तो नामान ने अपने प्रभु के पास जाकर कह दिया, इजराइली लड़की इस प्रकार कहती है, अराम के राजा ने कहा, तू जा, मैं इजराइल के राजा के पास एक पत्र भेजूंगा। हालेलुया जी। नमान ने जाके अपने अगे राजे ने कह दिता। राजे ने कहा कोई गल नहीं, मैं इजराइल के राजे ने चिट्ठी भेजदा है। उन्हें चिट्ठी लिख के भेज दी। अगले तुसी ना 9वें पैरे तो शुरू करो। तब वह 10 की कार चांदी और 6000 टुकड़े सोना और 10 जोड़े कपड़े साथ लेकर रवाना हो गया। और वह इस्राएल के राजा के पास वह पत्र ले गया जिसमें ये लिखा था, जब ये पत्र तुझे मिले तब जानना कि मैंने नामान नामक अपने एक कर्मचारी को तेरे पास इसलिए भेजा है कि तू उसका कोढ़ दूर कर दे। ये पत्र पढ़ने पर इस्राएल के राजा ने अपने वस्त्र फाड़े और बोला, क्या मैं मारने वाला और जिलाने वाला यहोवा हूँ कि उस पुरुष ने मेरे पास किसी को परमेश्वर कि उस पुरुष ने मेरे पास किसी को इसलिए भेजा है कि मैं उसका कोढ़ दूर करूं। सोच विचार तो करो, वह तुझसे झगड़े का कारण ढूंढता होगा। आमीन। रुको। सो कहने का मतलब हुण इत्थे ये होया, ਉਹ ਜਿਹੜਾ ਆਰਾਮ ਦਾ ਰਾਜਾ ਸੀ, ठीक है जी, ਉਹਨੇ ਇੱਕ ਚਿੱਠੀ ਲਿਖ ਕੇ ਨਾ ਇਜ਼ਰਾइल ਦੇ ਰਾਜੇ ਨੂੰ ਭੇਜੀ। ਹਾਂਜੀ। ਇਜ਼ਰਾइल ਦਾ ਜਿਹੜਾ ਰਾਜਾ ਸੀ ਉਹ ਸੀਗਾ ਆਹਾਬ। ठीक है जी। ਉਹਨੇ ਚਿੱਠੀ ਭੇਜੀ। ਉਹਨੇ ਚਿੱਠੀ ਜਦੋਂ ਪੜ੍ਹੀ ਇੱਥੇ ਸਾਫ਼ ਲਿਖਿਆ ਹੈ ਕਿ ਉਹਨਾਂ ਨਾਲ ਭੇਂਟਾਂ ਵੀ ਉਹਨੇ ਭੇਜੀਆਂ। ठीक है ना, ਜਿਹੜਾ ਸੀਗਾ। तब 10 की कार चांदी और 6000 टुकड़े सोना और 10 जोड़े कपड़े साथ लेकर रवाना हुआ। और वह इजरायली के राजा के पास ये पत्र लेकर गया जिससे वह लिखा था कि जब वह पत्र तुझे मिले तब जानना कि मैं नामान नामक अपने इस कर्मचारी को तेरे पास इसलिए भेजता हूँ कि तू उसका कोढ़ दूर करे। इस पत्र पढ़ने पर इजराइल के राजा ने अपने वस्त्र फाड़े। हुण राजा अपने उत्थे कपड़े क्यों फाड़ रहा?
ਰਾਜਾ ਇਸ ਕਰਕੇ ਕੱਪੜੇ ਫਾੜ ਰਿਹਾ, ਉਹ ਕਹਿੰਦਾ ਕਿ ਮੈਂ ਮੇਰੇ ਹੱਥ 'ਚ ਸ਼ਿਫਾ ਥੋੜੀ ਆ, ਮੈਂ ਥੋੜੀ ਚੰਗਾ ਕਰਨ ਵਾਲਾ ਹੈਗਾ, ਠੀਕ ਹੈ ਨਾ। ਉਹ ਕਹਿੰਦਾ ਕਿ ਇਹਨੇ ਮੈਨੂੰ ਚਿੱਠੀ ਇਸ ਕਰਕੇ ਭੇਜੀ ਆ ਕਿ ਇਹ ਨਾ ਮੈਨੂੰ ਲੜਾਈ ਕਰਨ ਦਾ ਕੋਈ ਢੰਗ ਲੱਭਦਾ ਪਿਆ, ये मैंने लड़ाई करने से कोई बहाना लगता पे। ठीक है जी। क्या मैं मारने वाला और जिलाने वाला खुदा हूँ कि उस पुरुष ने मेरे पास किसी को इसलिए भेजा कि मैं उसका कोढ़ दूर करूँ? सोच विचार तो करो, वह मुझसे झगड़े का कारण ढूंढता होगा। कहता एक बहाने लगता पे मैंने लड़ाई करन दे, क्योंकि मैं थोड़ी चंगा कर सकता। हुण देखियो कि यहोवा दा वचन नबी दे कोल जाऊगा और नबी जाके फिर इज़राइल दे राजे नूं कहेगा। एक खुदा अपनी गल नबियां दे द्वारा करता है। हुण अगले पैरे च सिस्टर 8 तो पढ़ो। यह सुनकर कि इस्राएल के राजा ने अपने वस्त्र फाड़े हैं, खुदा के वक्त एलीशा ने राजा के पास कहला भेजा, तूने क्यों अपने वस्त्र फाड़े हैं? अब वह मेरे पास आए, तब जान लेगा कि इस्राएल में एक भविष्यद्वक्ता है। आमीन। रुको इत्थे। हुण जिद्दां ही उहने कपड़े फाड़े राजे ने, अहाब राजा सीगा, ठीक है ना, तो उधरों सीधे उन्होंने ना मतलब कि सिग्नल मिल गया अपने यहोवा वालों, अलीशा नबी उत्थे था, ठीक है ना। उन्हें क्या राजे ने अपने वस्त्र फाड़ लए है, ठीक है, मतलब दुखी होया, कहना मैं थोड़ी चंगा करने वाला। फिर उन मैसेज भेजा गया, ठीक है ना। फिर ये सुनकर इज़राइल के राजा ने अपने वस्त्र फाड़े, खुदा के भविष्यद्वक्ता एलीशा ने राजा के पास कहला भेजा, मैसेज भेजा कि तूने क्यों अपने वस्त्र फाड़े हैं? अब वह मेरे पास आए। वो कहता कि उन्होंने आन दिओ, क्योंकि वो भी इज़राइल दे विच रहिंदा है, एलीशा नबी, ठीक है, राजा भी इज़राइल दे विच रहिंदा है, ठीक है ना। वो कहता उसको मेरे पास आने दो, तब जान लेगा कि इज़राइल में एक भविष्यद्वक्ता है। आमीन। 9 तो पढ़ो सिस्टर। तब नामान कोढ़ी और रथों समेत एलीशा के द्वार पर आकर खड़ा हुआ। तब एलीशा ने एक दूत से उसके पास ये कहला भेजा, तू जाकर यरदन में 7 बार डुबकी मार, तब तेरा शरीर ज्यों का त्यों हो जाएगा और तू शुद्ध होगा। रुको इत्थे। हालेलुया। ਹਾਲੇਲੂਇਆ। हुण इत्थे बड़ी इंटरेस्टिंग स्टोरी अगे हो जानी है। ਹਾਂਜੀ। हुण ਉਹ ਜਿਹੜਾ ਸੈਨਾਪਤੀ ਸੀਗਾ ਨਾ, ਕੀ ਨਾਮ ਸੀ ਉਹਦਾ? ਉਹ ਆਹਾਬ ਨਾਮਾਨ। ਅਹਾਬ ਦਾ ਰਾਜਾ ਸੀਗਾ। ਜਿਹੜਾ ਨਾਮਾਨ ਸੈਨਾਪਤੀ ਸੀਗਾ ਨਾ, ਉਹ ਯੋਧਾ ਬੜਾ ਸੀਗਾ, ਵੀਰ ਯੋਧਾ ਸੀਗਾ। ਜਿਹੜਾ ਵੀਰ ਯੋਧਾ ਸੀ ਉਹ ਚ ਥੋੜਾ ਜਿਹਾ ਘਮੰਡ ਵੀ ਸੀਗਾ। ਹਾਂਜੀ। ਘਮੰਡ ਦਾ ਸੈਂਸ ਕਿ ਉਹ ਇੱਕ ਬੜਾ ਉੱਚੇ ਪਦ ਤੇ ਸੀਗਾ। ਉੱਚੇ ਪਦ ਤੇ ਸੀ, ਉਹਨੂੰ ਸੀਗਾ ਕਿ ਕੋਈ ਵੀ ਬੰਦਾ ਨਾ ਮੇਰੇ ਕੋਲ ਆ ਕੇ ਮੇਰੇ ਨਾਲ ਖੁਦ ਗੱਲ ਕਰੇ, ठीक है ना, मैं ना किसी को जाऊँ। देखो हुण इत्थे आया, तब नामान घोड़ों और रथों समेत एलीशा के द्वार पर आकर खड़ा हो गया। वो दरवाजे तक पहुँच गया, पर दरवाजे तो अगे नहीं गया। हुण मैं तुहाडे आके गेट ते खड़ा हो जावां, अंदर में आवां ना, ठीक है ना, ਇਹਦਾ मतलब कि कुछ गड़बड़ है, कुछ घमंड विच है, ठीक है ना। इत्थे समझने की कोशिश करो। तब नामान घोड़ों और रथों समेत एलीशा के द्वार पर आकर खड़ा हुआ। गल ये नहीं कल्ले घमंड दी नहीं, क्योंकि उन्हें पैसा तेला भी बहुत लैके आया वा, भेंटा भी लैके आया, पर भेंटा दे नालों सब तो पहला हुंदा कि अपने आप नूं हलीम करो, अपने आप नूं दीन करो, अपने आप नूं नीविया करो। इत्थे थोड़ा जिहा नीवा नहीं कर रहा, थोड़ी जो अकड़ सीगी। तब नामान घोड़ों और रथों समेत एलीशा के द्वार पर आकर खड़ा हुआ। तब एलीशा ने एक दूत से उसके पास ये कहला भेजा। अगो एलीशा दा एक दूत सीगा, एक चेला सीगा, जिहदा नाम गहेजी है। तुसी अगे जाके उहदा नाम आएगा, पर मैं तुहानूं पहले नाम दस दिता। इत्थे लिखिया वा, एलीशा ने एक दूत उसके पास ये कहला भेजा, तू जाकर यरदन में 7 बार डुबकी मार, तब तेरा शरीर ज्यों का त्यों हो जाएगा और तू शुद्ध हो जाएगा। आमीन। हुण नबी ने उन्हें एक तरीका दस दिता जिहदे कर जिस तरीके दे नाल तेरा कोढ़ दूर हो सकता है। नबी ने कहा इत्थे अगे जाएगा, अपने ना उस दास के द्वारा, एक चेले के द्वारा मैसेज भेजता गहेजी के द्वारा कि अगे जा कि यरदन नदी आओगी, यरदन नदी विच 7 बार डुबकी मारनी, तेरा कोढ़ दूर हो जाएगा। हुण अगे जाके जिहड़ा सीगा ਉਹ नमान सैनापति, उन्हें कुड़कड़ान ਲੱਗ ਪੈਣਾ। ਤੁਸੀਂ ਦੇਖਿਓ, ਉਹਨੇ ਕਹਿਣਾ ਕਿ ਪੂਰੇ ਇੱਥੇ ਇਜ਼ਰਾਈਲ ਦੇ ਵਿੱਚ ਤਾਂ ਇੱਕ ਹੀ ਨਦੀ ਲੱਭੀ ਸੀਗੀ, ਜਰਦਨ। ਉਹ ਨਦੀ ਦੇ ਵਿੱਚ ਗੰਦਾ ਜਿਹਾ ਪਾਣੀ ਸੀਗਾ, ਕੁਛ ਉੱਲੀ ਜੰਮੀ ਹੋਈ ਸੀ, ਇੰਨੀ ਵਧੀਆ ਨਹੀਂ ਸੀਗੀ। ਇੱਕ ਸਾਫ਼ ਸੁਥਰੀ ਪਾਣੀ ਵਾਲੀ ਨਦੀ ਹੁੰਦੀ ਕਿ ਮੈਂ ਖੁਸ਼ ਹੋ ਕੇ ਇੱਥੇ ਡੁਬਕੀਆਂ ਮਾਰ ਲੈਂਦਾ,
ਹੁਣ ਅੱਗੇ ਜਾ ਕੇ ਤੁਹਾਨੂੰ ਇਹ ਚੀਜ਼ਾਂ देखनियां है। प्रभु बरकत देवे। 11 तो पढ़ो सिस्टर। परंतु नामान क्रोधित हो ये कहता हुआ चला गया, मैंने तो सोचा था कि अवश्य वह मेरे पास बाहर आएगा और खड़ा होकर अपने खुदा यहोवा से प्रार्थना करके कोढ़ के स्थान पर अपना हाथ फेरकर कोढ़ को दूर करेगा। क्या दशमिक की अबाना और पर्पर नदियाँ इस्राएल के सब जलाशयों से उत्तम नहीं है? क्या मैं उनमें स्नान करके शुद्ध नहीं हो सकता हूँ? इसलिए ये क्रोध से भरा हुआ लौट कर चला गया। रुको इत्थे। आमीन। ਜਿਹੜੀ ਗੱਲ ਮੈਂ ਤੁਹਾਨੂੰ ਕਹੀ ਬਿਲਕੁਲ ਉਹੀ ਗੱਲ ਲਿਖੀ ਆ। ਉਹ ਚਾਹੁੰਦਾ ਸੀ ਕਿ ਜਿਹੜਾ ਨਬੀ ਹੈ ਨਾ ਉਹ ਖੁਦ ਮੇਰੇ ਕੋਲ ਚੱਲ ਕੇ ਆਵੇ, ਮੇਰੇ ਤੇ ਪ੍ਰਾਰਥਨਾ ਕਰੇ, ਠੀਕ ਹੈ ਨਾ, ਤੇ ਫਿਰ ਮੈਂ ਚੰਗਾ ਹੋ ਜਾਊਂਗਾ। ਪਰ ਕਹਿੰਦਾ ਇਹ ਤਾਂ ਉਲਟ ਹੋ ਗਿਆ। ਉਹਨੇ ਤਾਂ ਆਪਣੇ ਮਤਲਬ ਕਿ ਅੱਗੋਂ ਸ਼ਿਸ਼ੇ ਨੂੰ ਭੇਜ ਦਿੱਤਾ, ਉਹਨੇ ਜਾ ਕੇ ਮੈਸੇਜ ਦੇ ਦਿੱਤਾ। ਉਹ ਨਾਲ ਕਹਿੰਦਾ ਇੰਨੀਆਂ ਸੋਹਣੀਆਂ ਸੋਹਣੀਆਂ ਇੰਨੀਆਂ ਸਵੱਛ ਜਲ ਦੀਆਂ ਨਦੀਆਂ ਹੈਗੀਆਂ, ਕਿੱਥੇ ਮੈਨੂੰ ਭੇਜਤਾ ਜਿੱਥੇ ਕਿੰਨੀ ਕਿੰਨੀ ਉੱਲੀ ਜੰਮੀ ਹੋਈ ਹੈ, ਜਿੱਥੇ ਗੰਦਾ ਪਾਣੀ ਹੈਗਾ ਆ, ਉਹ ਵਾਲੀ ਨਦੀ ਦੇ ਵਿੱਚ ਮੈਨੂੰ ਭੇਜਤਾ। ਉਹ ਕੁੜਕੁੜਾਣਾ ਸ਼ੁਰੂ ਕਰ ਦਿੱਤਾ ਉਹਨੇ। ਅੱਗੇ ਪੜ੍ਹੋ ਸਿਸਟਰ 13 ਤੋਂ। तब उसके सेवक पास आकर कहने लगे, हे हमारे पिता, यदि विश्वदत्ता तुझे कोई भारी काम करने की आज्ञा देता तो क्या तू उसे ना करता? फिर जब वह कहता है कि स्नान करके शुद्ध हो जा, तो कितना अधिक इसे मानना चाहिए। तब उसने खुदा के वक्त के वचन के अनुसार यरदन को जाकर उसमें 7 बार डुबकी मारी और उसका शरीर छोटे लड़के का सा हो गया और वह शुद्ध हो गया। ਆਮੀਨ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਹੁਣ ਇੱਥੇ ਟਰਨਿੰਗ ਪੁਆਇੰਟ ਆਂਦਾ ਵਾ, ਇੱਥੇ ਨਾ ਇੱਕ ਮੋੜ ਆ ਗਿਆ ਇਹਦੇ ਵਿੱਚ। ਹੁਣ ਇੱਥੇ ਲਿਖਿਆ ਆ ਕਿ ਉਹ ਤਾਂ ਕੁੜਕੁੜਾ ਕੇ ਤੁਰ ਪਿਆ, ਲੌਟ ਗਿਆ। ਉਹ ਕਹਿੰਦਾ ਮੈਂ ਨਹੀਂ ਇੱਦਾਂ ਕਰਨਾ, ਇਹ ਤਰੀਕੇ ਚੱਲ ਪਿਆ। ਹੁਣ ਜਿੱਦਾਂ ਇੱਥੇ ਇੱਕ ਛੋਟੀ ਲੜਕੀ ਸੀਗੀ ਨਾ, ਜਿਹਨੇ ਉਹਨੂੰ ਸਿੱਧੇ ਰਾਹ ਪਾਇਆ ਸੀਗਾ ਕਿ ਉੱਥੇ ਭਵਿੱਖ ਦਾ ਵਕਤ ਹੈਗਾ, ਉਹਦੇ ਕੋਲ ਜਾਓ, ਠੀਕ ਕਰ ਦੂੰਗਾ। ਇੱਥੇ ਇੱਕ ਸਾਰਥੀ ਵੀ ਹੈਗਾ ਵਾ, ਉਹ ਜਿਹੜਾ ਰੱਥ ਨੂੰ ਚਲਾ ਰਿਹਾ ਨਾ, ਉਹਨੇ ਸਲਾਹ ਦਿੱਤੀ। ਫਿਰ ਕਿਹਨੂੰ ਦਿੱਤੀ ਸਲਾਹ? ਨਾਮਾਨ ਕੋਲ ਉਹਨੇ ਸਲਾਹ ਦਿੱਤੀ ਆ। ਹੁਣ ਦੇਖੋ, ਜਦੋਂ ਅਸੀਂ अन्य ਜਾਤੀਆਂ ਦੇ ਵਿੱਚ ਸੀਗੇ, ਜਿੰਨੇ ਪੰਡਤ ਸੀ, ਅਸੀਂ ਕੋਈ ਵੀ ਸਾਡੀ ਪ੍ਰੋਬਲਮ ਹੁੰਦੀ ਸੀ, ਕਹਿੰਦੇ ਸੀ ਕਾਲ ਸਰਬ ਯੋਗਾ, ਫਲਾਣਾ ਟਿਮਕਾਣਾ ਆ, ਨਾਰੀਅਲ ਲਿਆਓ, ਸੰਦੂਰ ਲਿਆਓ, ਆ ਲਿਆਓ, ਇੰਨੇ ਪੈਸੇ ਲੱਗਣੇ ਆ, ਲਿਸਟ ਲੰਬੀ ਬਣ ਜਾਂਦੀ ਆ, ਠੀਕ ਹੈ ਨਾ। ਉਹੀ ਚੀਜ਼ ਆ ਇੱਥੇ, ਉਹੀ ਉਹਨੂੰ ਸਮਝਾ ਰਿਹਾ ਉਹਦਾ ਸਾਰਥੀ। ਕਹਿੰਦਾ ਕਿੰਨਾ ਕੀ ਤੈਨੂੰ ਵੱਡਾ ਕੰਮ ਕਹਿ ਦਿੱਤਾ ਹੈ ਨਬੀ ਨੇ, ਭਵਿੱਖਦਵਤਾ ਨੇ। ਇੱਕ ਛੋਟਾ ਜਿਹਾ ਕੰਮ ਹੀ ਤਾਂ ਕਿਹਾ ਵਾ, ਲਾਲਾ 7 ਡੁਬਕੀਆਂ, ਤੇ ਜੇਕਰ ਚੰਗਾ ਹੁੰਦਾ ਤੇ ਤੋਂ ਚੰਗੀ ਗੱਲ ਹੋਰ ਕੀ ਹੈਗੀ ਹੈ। ਫਿਰ ਉਹਨੂੰ ਅਕਲ ਆਈ, ਕਹਿੰਦਾ ਨਹੀਂ, ਮੈਨੂੰ ਕਰ ਲੈਣਾ ਚਾਹੀਦਾ। ਗੱਲ ਇਹ ਹੈ ਕਿ ਜਿਹੜਾ ਸਮੇਂ ਰਹਿੰਦੇ ਜੇ ਕੋਈ ਸਮਝ ਜਾਵੇ ਤਾਂ ਉਹਲੀ ਬਰਕਤ ਦੇ ਭੰਡਾਰ ਖੁੱਲ ਜਾਂਦੇ। ਜੇਕਰ ਫਿਰ ਵੀ ਕੋਈ ਜਿੱਦੀ ਰਵੇ, ਅੜਿਆ ਰਵੇ, ਠੀਕ ਹੈ ਨਾ, ਸਖਤ ਰਵੇ, ਤੇ ਫਿਰ ਉਹਲੀ ਫਿਰ ਬਰਕਤ ਰੁਕ ਜਾਂਦੀ। ਹੁਣ ਉੱਥੇ ਅਸੀਂ ਇਹ ਚੀਜ਼ ਨੂੰ ਸਿੱਖਦੇ ਹਾਂ। ਤੇ ਉੱਥੇ ਉਹਨੇ ਆਪਣੇ ਸਾਰਥੀ ਦੀ ਸਲਾਹ ਨੂੰ ਮੰਨ ਲਿਆ। ਤੇ मैं पढ़ता है, बहुत प्यारा पैरा दोबारा पढ़ाऊंगा। तब उसके सेवक के पास जाकर कहने लगा, हे हमारे पिता, यदि भविष्यद्वक्ता तुझे कोई भारी काम करने की आज्ञा देता, कोई भारी काम नहीं किया उन्हें, छोटा जिहा काम किया, कहता तो क्या तू ना करता? कहता जो वड्डा काम कह दिंदा करन तो कि तू ना करदा। फिर जब वह कहता है कि स्नान करके शुद्ध हो जा, तो कितना अधिक इसे मानना चाहिए। तब उसने खुदा के भगत के वचन के अनुसार यरदन में जाकर 7 बार डुबकी मारी और उसका शरीर छोटे लड़के का सा शुद्ध हो गया और वह चंगा हो गया। आमीन। सो दैट कहने का मतलब उन्हें भविष्यद्वक्ता दी गल नूं मान लिया। इत्थे एक निचोड़ निकलदा है। शुरू तो लाई मैं गल इत्थे तक पहुंचे आपां, इहदे विच एक खास चीज़ आंदी पई है। एक विशेष तौर पर एक लड़की आई, छोटी लड़की, जिन्हें राणी नूं सलाह दी, वो सच्ची इजराइली सी। एक फिर सारथी आया, उन्हें मतलब कि नमान नूं सलाह दी, ठीक है। उसको कहने का मतलब ये तो एक खुदा ने एक बर्तना इस्तेमाल कर लिया, जिस तरह खुदा में अज दे डेट से कहना मैं खुदा मैनू इस्तेमाल कर रहा। मैं एक उस सारथी की तरह हाँ, जिस तरह मैं एक एग्जाम्पल देना, उदाहरण समझने लिए, ठीक है ना, ठीक है। अज खुदा की मर्जी के नाल मैं इत्थे हाँ, लेकिन इत्थे एक बहुत बड़ा रोल नबी का आया, भविष्यद्वक्ता है। जिन्नी देर तक साडे जीवन च भविष्यद्वक्ता नहीं ना आंदा, साडे जीवन दे विच इहदा मतलब कोई ना कोई बरकत
ਰੁਕੀਆਂ ਹੋਈਆਂ। ਤੁਸੀਂ ਯਾਦ ਕਰੋ, ਤੁਹਾਨੂੰ ਮੈਂ 5 ਏਲੀਆ ਦੀ ਗੱਲ ਕੀਤੀ ਸੀ। 4 ਏਲੀਆ ਤੁਹਾਨੂੰ ਮੈਂ ਕਿਹਾ, 3 ਏਲੀਆ ਤਾਂ ਆ ਚੁੱਕੇ ਆ, ਠੀਕ ਹੈ ਨਾ, 5ਵਾਂ ਏਲੀਆ ਆਉਣ ਵਾਲਾ ਹੈ। ਤੇ ਕੀ ਹੋ ਸਕਦਾ ਹੈ ਕਿ ਚੌਥਾ ਏਲੀਆ ਸਾਡੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆ ਗਿਆ ਹੋਵੇ, ਜਾਂ ਕੁਛ ਉਹਦਾ ਸੰਦੇਸ਼ ਸਾਡੇ ਵਿੱਚ ਇੱਦਾਂ ਦਾ ਕੋਈ ਆ ਚੁੱਕਾ ਹੋਵੇ ਕਿ ਆਉਂਦੇ ਟਾਈਮ ਦੇ ਵਿੱਚ ਆਪਾਂ ਉਹ ਵੀ ਦੇਖਾਂਗੇ। ਲੇਕਿਨ ਇੱਕ ਚੀਜ਼ ਪੱਕੀ ਆ ਕਿ ਅਸੀਂ ਇੱਕ ਭਵਿੱਖਵਕਤਾ ਦੇ ਸਮੇਂ ਦੇ ਵਿੱਚ ਰਹਿ ਰਹੇ ਹਾਂ। ਦੇਖੋ, ਭਵਿੱਖਵਕਤਾ ਦੇ ਦੁਆਰਾ ਹੀ ਬਰਕਤਾਂ ਦਾ ਭੰਡਾਰ ਖੁੱਲ੍ਹ ਰਿਹਾ ਆ। ਔਰ ਜੇਕਰ ਮੈਂ ਅੱਜ ਖੁਦਾ ਦੇ ਫਜ਼ਲ ਦੇ ਨਾਲ, ਖੁਦਾ ਨੇ ਮੈਨੂੰ ਕੁਛ ਬਰਕਤ ਦਿੱਤੀ ਹੈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ। ਅੱਜ ਤੁਹਾਨੂੰ ਯਹੋਵਾ ਦੇ ਨਾਮ 'ਤੇ ਕਹਿਣਾ ਹੈ ਕਿ ਇਹ ਬਰਕਤਾਂ ਮੈਨੂੰ ਇੱਕ ਨਬੀ ਦੇ ਦੁਆਰਾ ਮਿਲੀਆਂ। ਕਿ ਮੇਰੇ ਜੀਵਨ ਦੇ ਵਿੱਚ ਵੀ ਇੱਕ ਕੋਈ ਅਲੀਸ਼ਾ ਨਬੀ ਇੱਦਾਂ ਦਾ ਆਇਆ ਜਿਹਦੇ ਵਸੀਲੇ ਦੇ ਨਾਲ ਮੈਂ ਉਹਦੀਆਂ ਗੱਲਾਂ ਤੋਂ ਹੀ ਗੱਲਾਂ ਤੁਹਾਡੇ ਨਾਲ ਕਰ ਰਿਹਾ। ਮੇਰੇ ਕੋਲ ਕੋਈ ਖਾਸ ਮੁਕਾਸ਼ਵੇ ਨਹੀਂ ਆ ਗਏ ਕਿ ਮੈਂ ਵੀ ਤੁਹਾਡੇ ਵਰਗਾ ਇੱਕ ਆਮ ਜਿਹਾ ਇਨਸਾਨ ਹੈਗਾ, ਕਿਉਂਕਿ ਨਬੀ ਦੀ ਕਹੀ ਹੋਈ ਗੱਲ ਮੇਰੇ ਕੋਲ ਆਈ। ਉਸ ਸਾਰਥੀ ਦੀ ਤਰ੍ਹਾਂ ਮੈਂ ਵੀ ਤੁਹਾਡੇ ਕੋਲ ਅੱਜ ਪ੍ਰਭੂ ਦੇ ਵਚਨ ਲੈ ਕੇ ਆਇਆ ਤੇ ਮੈਂ ਬਰਕਤ ਪਾਈ ਕਿ ਤੁਸੀਂ ਵੀ ਬਰਕਤ ਪਾਓ। ਆਮੀਨ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਅੱਗੇ ਪੜ੍ਹਦੇ ਹਾਂ। ਸਿਸਟਰ ਤੁਸੀਂ 15 ਤੇ ਪੜ੍ਹੋ ਹੁਣ। तब वह अपने सब दल बल समेत खुदा के वक्त के यहाँ लौट आया और उसके सम्मुख खड़ा होकर कहने लगा, सुन, अब मैंने जान लिया है कि समस्त पृथ्वी में इस्राएल को छोड़ और कहीं खुदा नहीं है। आमीन। इसलिए अब अपने दास की भेंट ग्रहण कर। एलीशा ने कहा, यहोवा जिसके सम्मुख में उपस्थित रहता हूँ, उसके जीवन की शपथ मैं कुछ भेंट ना लूंगा। रुको ਇੱਥੇ। ਆਮੀਨ। ਹੁਣ ਜਦੋਂ ਉਹਨੂੰ ਚੰਗਾਈ ਮਿਲ ਗਈ, ਸ਼ਿਫਾ ਮਿਲ ਗਈ ਉਹਨੂੰ। ਸ਼ਿਫਾ ਕਿਹਨੂੰ ਮਿਲੀ? ਕੀ ਨਾਮ ਸੀ ਉਹਦਾ? नामान। ਗॉड ਬlesਸ ਯੂ। ਯਾਦ ਰੱਖੋ। ਹੁਣ ਨਮਾਨ ਨੂੰ ਸ਼ਿਫਾ ਮਿਲ ਗਈ ਕਿਉਂਕਿ ਉਹਦੇ ਨਾਲ ਪੂਰਾ ਕੋਡ ਸੀ ਸਰੀਰ ਤੇ। ਤੁਸੀਂ ਦੇਖਿਆ ਹੋਵੇ, ਫੋਟੋ ਦੇਖ ਲਿਓ ਉਹਦੇ ਵਿੱਚ, ਜਿੱਦਾਂ ਹੁਣ YouTube ਤੇ ਤੁਹਾਨੂੰ ਮਿਲ ਜਾਣੀ। ਮੈਂ ਵੀਡੀਓ ਦੇਖ ਕੇ ਤੁਹਾਨੂੰ ਭੇਜਾਂਗਾ, ਠੀਕ ਹੈ ਨਾ, ਜੇ ਮੈਨੂੰ ਲੱਭ ਗਈ ਤਾਂ। ਸੋ ਕਹਿੰਦਾ ਜਦੋਂ ਉਹਨੂੰ ਸ਼ਿਫਾ ਮਿਲ ਗਈ ਨਾ, ਫਿਰ ਉਹ ਤਾਂ ਖੁਸ਼ ਹੋ ਗਿਆ। ਧੰਨਵਾਦ ਦੇ ਤੌਰ ਤੇ ਜਿੰਨਾ ਸਮਾਨ ਲੈ ਕੇ ਆਇਆ ਸੀਗਾ ਨਾ, ਉਹਨੇ ਕਿਹਾ ਮੈਂ ਭਵਿੱਖਵਕਤਾ ਨੂੰ ਦੇ ਕੇ ਆਵਾਂ। ਪਰ ਭਵਿੱਖਵਕਤਾ ਨੇ ਸਾਫ਼ ਮਨਾ ਕਰ ਦਿੱਤਾ, ਮੈਨੂੰ ਕੁਛ ਨਹੀਂ ਚਾਹੀਦਾ। ਇੱਥੇ ਲਿਖਿਆ ਹੈਗਾ कि यहोवा जिसके सम्मुख में उपस्थित रहता हूँ, उसके जीवन की शपथ मैं कुछ भेंट ना लूँगा। उन्हें क्या मैं कोई भेंट नहीं लेनी। आगे पढ़ो। और जब उसने उसको बहुत विवश किया कि भेंट को ग्रहण करे, तब भी वह इनकार ही करता रहा। यस। तब नामान ने कहा, अच्छा तो मेरे दास को 2 खच्चर मिट्टी मिले, क्योंकि आगे तो तेरा दास यहोवा को छोड़ और किसी ईश्वर को होम बलि या मेल बलि ना चढ़ाएगा। एक बात यहोवा तेरे दास की क्षमा करे कि जब मेरा स्वामी रिम्मोन के भवन में दंडवत करने को जाए और वह मेरे हाथ का सहारा ले, और जो मुझे भी रिम्मोन के भवन में दंडवत करनी पड़े, तब यहोवा तेरे दास का ये काम क्षमा करे कि मैं रिम्मोन के भवन में दंडवत करूं। उसने उससे कहा, कुशल से विदा हो। वह उसके यहाँ से थोड़ी दूर चला गया था कि खुदा के वक्त एलीशा का सेवक गेहजी सोचने लगा, मेरे स्वामी ने तो उस अरामी नामान को ऐसे ही छोड़ दिया है कि जो वह ले आया था उसको उसने ना लिया, परंतु यहोवा के जीवन की शपथ मैं उसके पीछे दौड़कर उससे कुछ ना कुछ ले लूंगा। रुको ਇੱਥੇ। ਹਾਲੇਲੂਇਆ। ਹੁਣ ਇੱਥੇ ਇੱਕ ਆਤਮਾ ਨੂੰ ਫੜਨ ਦੀ ਜ਼ਰੂਰਤ ਹੈਗੀ। ਹੁਣ ਅਲੀਸ਼ਾ ਨੇ ਤਾਂ ਕੁਝ ਭੇਂਟ ਲਈ ਨਹੀਂ, ਉਹਨੂੰ ਮਤਲਬ ਕਿ ਉੱਥੋਂ ਤੋੜ ਦਿੱਤਾ ਨਮਾਨ ਨੂੰ। ਉਹਨੇ ਜਾ ਤੂੰ ਕੋਈ ਗੱਲ ਨਹੀਂ, ਮੈਨੂੰ ਕੋਈ ਭੇਂਟ ਨਹੀਂ ਚਾਹੀਦੀ। ਹੁਣ ਜਿਹੜਾ ਉਹਦਾ ਸੇਵਕ ਸੀਗਾ ਗਹੇਜੀ, ਉਹਨੇ ਦੇਖਿਆ ਕਿ ਇਹ ਤਾਂ ਬਹੁਤ ਭੇਂਟਾ ਲੈ ਕੇ ਆਇਆ ਹੋਇਆ ਸੀ। ਸੋਨਾ ਸੀ, ਚਾਂਦੀ ਸੀ, ਵਸਤਰ ਸੀਗਾ, ਠੀਕ ਹੈ ਨਾ। ਕਹਿੰਦਾ ਮੇਰੇ ਸਵਾਮੀ ਨੇ ਤਾਂ ਮਤਲਬ ਐਵੇਂ ਭੇਜ ਦਿੱਤਾ। ਉਹਦੇ ਮਨ ਦੇ ਵਿੱਚ ਲਾਲਚ ਆ ਗਿਆ। ਨਹੀਂ ਤੇ ਆਤਮਾ ਨੂੰ ਫੜਨ ਦੀ ਜ਼ਰੂਰਤ ਹੈ। ਗਹੇਜੀ ਦੇ ਮਨ ਦੇ ਵਿੱਚ ਲਾਲਚ ਆ ਗਈ। ਉਹ ਕਹਿੰਦਾ ਮੈਂ ਪਿੱਛਾ ਕਰਕੇ ਨਾ ਇਹਦੇ ਕੋਲ ਕੁਛ ਨਾ ਕੁਛ ਭੇਂਟਾ ਲੈ ਲੂੰਗਾ। ਹੁਣ ਇੱਥੇ ਸੀ ਇੱਕ ਆਤਮਾ ਨੂੰ ਫੜਨ ਆਇਆ। ਪੜੋ ਸਿਸਟਰ ਅੱਗੇ। तब गेहजी नामान के पीछे दौड़ा। नामान किसी को अपने पीछे दौड़ता हुआ देखकर उससे मिलने को रथ से उतर पड़ा और पूछा, सब कुशल क्षेम तो है? उसने कहा, हाँ सब कुशल है, परंतु मेरे स्वामी ने मुझे ये कहने को भेजा है
कि एप्रम के पहाड़ी देश से भविष्यद्वक्ताओं के चेलों में से 2 जवान मेरे यहाँ अभी आए हैं, इसलिए उनके लिए एक किक्कार चांदी और 2 जोड़े वस्त्र दे। नामान ने कहा, खुशी से 2 किक्कार ले ले। तब उसने उससे बहुत विनती करके 2 किक्कार और चांदी थैलियों में डालकर बांधकर 2 जोड़े वस्त्र समेत अपने 2 सेवकों पर लाद दिया और वह उन्हें उसके आगे आगे ले चले। रुको ਇੱਥੇ ਇੱਕ ਹੋਰ ਬੜੀ ਗੌਰ ਦੇਣ ਵਾਲੀ ਗੱਲ ਹੈ। ਜਦ ਉਹਦੇ ਮਨ ਦੇ ਵਿੱਚ ਲਾਲਚ ਆਈ ਨਾ, ਲਾਲਚ ਇਨ ਦਾ ਸੈਂਸ ਕਿ ਉਹਦੇ ਮਨ 'ਚ ਪਾਪ ਆ ਗਿਆ। ਠੀਕ ਹੈ ਜੀ, ਹੁਣ ਕੱਲੀ ਲਾਲਚ ਨਹੀਂ ਆਈ, ਫਿਰ ਉਹਨੇ ਇੱਕ ਅੱਗੇ ਜਾ ਕੇ ਇੱਕ ਹੋਰ ਪਾਪ ਕੀਤਾ। ਦੂਸਰਾ ਪਾਪ ਪਤਾ ਕੀ ਕੀਤਾ? ਝੂਠ ਬੋਲਿਆ ਤੇ ਸਾਫ਼ ਲਿਖਿਆ। ਅਲੀਸ਼ਾ ਨੇ ਤਾਂ ਕੁਝ ਕਿਹਾ ਹੀ ਨਹੀਂ, ਦੇਖੋ ਤੇ ਸਾਫ਼ ਲਿਖਿਆ ਕਿ ਉਹਨੇ ਝੂਠ ਬੋਲ ਦਿੱਤਾ। देखो झूठ बोल देता उन्हें है। पढ़ियो सिस्टर वो वाली लाइन फिर दोबारा बड़ी। अच्छा, हाँ, शुरू तो फिर? नहीं वही जी झूठ वाली लाइन हैगी है। तब उसने उससे बहुत विनती नहीं, बाई तो पढ़ दो। उसने कहा, हाँ सब कुशल है, परंतु मेरे स्वामी ने मुझे ये कहने को भेजा है कि एप्रम के पहाड़ी देश से भविष्यद्वक्ताओं के चेलों में से 2 जवान मेरे यहाँ अभी आए हैं, इसलिए उनके लिए एक किक्कार चांदी और 2 जोड़े वस्त्र दे। नामान ने कहा, खुशी से 2 किक्कार ले ले। तब उसने उससे बहुत विनती करके 2 किक्कार चांदी अलग थैलियों में बांधकर 2 जोड़े वस्त्र समेत अपने 2 सेवकों पर लाद दिया और वह उन्हें उसके आगे आगे ले चले। बड़े ध्यान दियो। ਹੁਣ ਜਿਹੜਾ ਗਹਿਜੀ ਸੀਗਾ ਉਹਨੇ ਸੰਸਾਰਿਕ ਸੁਖ ਵਿਲਾਸ ਨੂੰ ਚੁਣ ਲਿਆ। ਸੰਸਾਰਿਕ ਹੀ ਚੀਜ਼ਾਂ ਸੀਗੀਆਂ ਨਾ, ਸੋਨਾ ਚਾਂਦੀ, ਠੀਕ ਹੈ ਜੀ, ਵਸਤਰ ਸੀਗੇ। ਤੇ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਨਾ ਰਾਤ ਨਾਲੇ ਦੇ ਨਾ ਫਾਟਕਾਂ ਤੇ ਨਾ ਇੱਕ ਲੰਗੜਾ ਭਿਖਾਰੀ ਜਿਹਾ ਬੈਠਾ ਹੋਇਆ ਸੀਗਾ ਤੇ ਪਤਰਸ ਤੇ ਯੋਹੰਨਾ ਉਹਦੇ ਕੋਲੋਂ ਦੀ ਨੰਗੇ। ਜਦ ਉਹਨਾਂ ਦੇ ਕੋਲੋਂ ਨੰਗੇ ਤਾਂ ਪਵਿੱਤਰ ਆਤਮਾ ਨੇ ਜ਼ੋਰ ਪਾਇਆ ਕਿ ਉਹਦੇ ਲਈ ਪ੍ਰਾਰਥਨਾ ਕਰੋ। ਜਦ ਉਹ ਉਹਦੇ ਕੋਲ ਪਤਰਸ ਤੇ ਯੋਹੰਨਾ ਉਹਦੇ ਕੋਲ ਗਏ ਤੇ ਉਹਨੇ ਨਾ ਕੁਝ ਮੰਗਣ ਦੀ ਆਸ ਦੇ ਨਾਲ ਨਾ ਉਹਨੇ ਆਪਣਾ ਨਾ ਕਟੋਰਾ ਸੀ ਨਾ ਉਹਨੇ ਉਹਦੇ ਅੱਗੇ ਕਰ ਦਿੱਤਾ। ਪਤਰਸ ਦੇ ਅੱਗੇ ਯੋਹੰਨਾ ਦੇ ਅੱਗੇ ਕੀਤਾ ਤੇ ਪਤਰਸ ਨੇ ਇਹ ਗੱਲ ਆਖੀ, ਸੋਨਾ ਤੇ ਚਾਂਦੀ ਕਹਿੰਦਾ ਸਾਡੇ ਕੋਲ ਹੈ ਨਹੀਂ, ਯਹੋਵਾ ਦੇ ਨਾਂ ਤੇ ਮੇਰੇ ਕੋਲ ਜੋ ਹੈ ਉਹ ਮੈਂ ਤੈਨੂੰ ਆਸ਼ੀਸ਼ ਦਿੰਦਾ ਕਿ ਯਹੋਵਾ ਦੇ ਨਾਂ ਤੇ ਉੱਠ ਤੇ ਚੱਲ, ਫਿਰ ਤੇਰੀ ਬਿਮਾਰੀ ਯੀਸ਼ੂ ਨਾਂ 'ਚ ਜਾਂਦੀ ਰਹੇ। ਯੀਸ਼ੂ ਮਸੀਹ ਨਾਸਰੀ ਦੇ ਨਾਂ 'ਤੇ ਤੈਨੂੰ ਮੈਂ ਚੰਗਾ ਕਰਦਾ, ਸਾਰੀ ਬਿਮਾਰੀ ਉਹਦੀ ਜਾਂਦੀ ਗਈ। ਸੋ ਕਹਿਣ ਦਾ ਮਤਲਬ ਆ ਕਿ ਅੱਜ ਜਿਹੜੇ ਸੋਨੇ ਚਾਂਦੀ ਲਾਲਚਾਂ ਦੇ ਪਿੱਛੇ ਗਹਿਜੀ ਪੈ ਗਿਆ, ਨਾ ਕੇਵਲ ਉਹਨੇ ਲਾਲਚ 'ਚ ਪਿਆ, ਉਹਨੇ ਝੂਠ ਵੀ ਬੋਲਿਆ। ਤੇ ਹੁਣ ਇਹਦਾ ਦੇਖਿਓ ਰਿਜ਼ਲਟ ਉਹਦੇ ਤੇ ਕੀ ਆਉਣ ਲੱਗਾ ਹੈ। ਅੱਗੇ ਪੜੋ ਤੁਸੀਂ 24 ਨੰਬਰ ਤੇ। तब वह टीले के पास पहुंचा, तब उसने उन वस्तुओं को जिनसे लेकर घर में रख दिया, उनसे लेकर घर में रख दिया और उन मनुष्यों को विदा किया और वह चले गए। तब वह भीतर जाकर अपने स्वामी के सामने खड़ा हुआ। एलीशा ने उससे पूछा, हे गेहजी, तू कहाँ से आता है? उसने कहा, तेरा दास तो कहीं नहीं गया। उसने उससे कहा, उसने उससे कहा, जब वह पुरुष इधर मुंह फेर कर तुझसे मिलने को अपने रथ पर से उतरा, तब से वह पूरा हाल मुझे मालूम था। रुको इत्थे रुको। ਹੁਣ ਭਵਿੱਖਵਕਤਾ ਦੇ ਨਾਲ ਕੋਈ ਝੂਠ ਬੋਲ ਸਕਦਾ? ਖੁਦਾ ਸਾਰੀਆਂ ਗੱਲਾਂ ਤਾਂ ਉਹਨੂੰ ਆਪ ਸ਼ੇਅਰ ਕਰ ਦਿੰਦਾ ਹੈ ਖੁਦਾ, ਕਿਉਂਕਿ ਖੁਦਾ ਦਾ ਵਚਨ ਤਾਂ ਭਵਿੱਖਵਕਤਾ ਕੋਲ ਪਹੁੰਚਦਾ ਹੈ। ਉਹਨੇ ਫਿਰ ਤੀਸਰੀ ਵਾਰ ਫਿਰ ਕੀ ਹੋਇਆ, ਉਹਨੇ ਆਪਣੇ ਸਵਾਮੀ ਦੇ ਨਾਲ ਹੀ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਇਹਨੂੰ ਕਹਿੰਦੇ ਪਾਪ ਦੇ ਉੱਤੇ ਪਾਪ ਕਰੀ ਜਾ ਰਿਹਾ। ਜਦ ਕੋਈ ਵਿਅਕਤੀ ਪਾਪ ਦੇ ਉੱਤੇ ਪਾਪ ਕਰੀ ਜਾਂਦਾ ਤੇ ਨੈਚੁਰਲੀ ਗੱਲ ਆ ਫਿਰ ਤਾੜਨਾ ਤੇ ਆਣੀ ਪਾਪ ਜਦੋਂ ਕਰਦਾ ਹੈ ਨਾ, ਤੇ ਬਾਈਬਲ ਦੇ ਵਿੱਚ ਆ ਕਿ ਇਹ ਪਾਪ ਜਿਹੜਾ ਹੈਗਾ ਨਾ ਮ੍ਰਿਤਿਉ ਲੈ ਕੇ ਆਂਦਾ ਹੈ। ਠੀਕ ਹੈ ਜੀ, ਪਾਪ की मजदूरी तो मौत है। इदा बिल्कुल वर्ड इदा ही लिखी हुई, तुसी शायद पढ़ी है, पाप की मजदूरी मौत है। उन्होंने पाप की मजदूरी करनी शुरू कर दी, 2 बारी झूठ बोलता, ठीक है जी, सोने चांदी लालच कर दी,
ਠੀਕ ਹੈ ਨਾ। ਹੁਣ ਇਹਨੇ ਮਜ਼ਦੂਰੀ ਗਲਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹੁਣ ਗਲਤ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਆ, ਉਹਨਾਂ ਗਿਆ ਕਿ ਹੁਣ ਦੇਖਿਓ ਉਹਦੀ ਜਿਹੜਾ ਇਹ ਪਾਪ ਹੈ ਨਾ ਮੌਤ ਲੈ ਕੇ ਆਉਣ ਲੱਗਾ। ਸਿਸਟਰ ਅੱਗੇ ਪੜੋ। उसने उससे कहा, जब वह पुरुष इधर मुंह फेरकर तुझसे मिलने को अपने रथ पर से उतरा, तब से वह पूरा हाल मुझे मालूम था। क्या ये समय चांदी या वस्त्र या जैतून या दाख की बारियां, भेड़ बकरियां, गाय बैल और दास दासी लेने का है? इस कारण से नामान का कोढ़ तुझे और तेरे वंश को सदा लगा रहेगा। तब वह हिम सा श्वेत कोढ़ी होकर उसके सामने से चला गया। ਹਾਲੇਲੂਇਆ। ਹੁਣ ਦੇਖੋ ਕਿੰਨਾ ਦਰਦਨਾਕ ਐਂਡ ਹੁੰਦਾ ਪਿਆ ਉਸ ਨੂੰ। ਸੋ ਕਹਿਣ ਦਾ ਮਤਲਬ ਕਿ ਇੱਕ ਭਵਿੱਖ ਦਵਕਤਾ ਦਾ ਇੱਕ ਸੱਜਾ ਹੱਥ ਸੀ ਇੱਕ ਤਰੀਕੇ ਦਾ। ਇਹਨਾਂ ਨੇੜੇ ਕਹਿੰਦੇ ਨੇ ਕਿ ਦਾ ਹੁਣ ਪੁਰਾਣੇ ਟਾਈਮ 'ਚ ਆਪਾਂ ਗੱਲ ਕਰਦੇ ਹੁੰਦੇ ਕਿ ਦੀਵੇ ਥੱਲੇ ਹਨੇਰਾ। ਹੁਣ ਚਾਨਣ ਦੇ ਕੋਲ ਉਹ ਬੰਦਾ ਰਹਿੰਦਾ ਸੀਗਾ, ਠੀਕ ਹੈ ਨਾ, ਪਰ ਉਹਦੇ ਮਨ ਦੇ ਵਿੱਚ ਕੀ ਆ ਗਈ? ਲਾਲਚ ਆ ਗਈ। ਫਿਰ ਇਹਨੇ ਝੂਠ ਬੋਲਿਆ। ਹੁਣ ਜਿਹੜੀ ਬਿਮਾਰੀ ਤੋਂ ਸ਼ਿਫਾ ਪਾ ਕੇ ਨਾ ਮੰਨ ਗਿਆ, ਉਹਦੀ ਬਿਮਾਰੀ ਉਹਦੇ ਉੱਤੇ ਆ ਗਈ। ਸੋ ਕਹਿਣ ਦਾ ਮਤਲਬ ਆ ਕਿ ਉਹ ਤਾਂ ਸ਼ਿਫਾ ਲੈ ਕੇ ਗਿਆ, ਇਹਨੇ ਲਾਲਚ ਕਰਕੇ ਉਹਦੀ ਕੋੜ ਉਹਨੇ ਆਪਣੇ ਉੱਤੇ ਲੈ ਲਿਆ। ਇਸ ਪੈਰੇ ਨੂੰ ਮੈਂ ਦੁਬਾਰਾ ਪੜਾਂਗਾ ਤੇ ਲਿਖਿਆ, ਨਬੀ ਨੇ ਆਖਿਆ ਥੇ, ਅਲੀਸ਼ਾ ਨਬੀ ਨੇ ਆਖਿਆ, क्या ये समय चांदी या वस्त्र या जैतून या दाख की बारियां, भेड़ बकरियां, गाय बैल और दास दासी लेने का है? सवाल किया गया उन्होंने उत्थे। कहता कि ये समय कि संसारिक बरकतां नूं इकट्ठा करन दा समा सी। असल विच जिहड़ा हुण समा चल रहा ना, इहदा सीगा आत्मिक बरकतां नूं इकट्ठा करन दा समा। ठीक है, संसारिक चीज़ां दे मगर पै गया तो नाले झूठ ते झूठ नाल ते मीना झूठ। ठीक है जी, तो मतलब कि लालच की सब चीज़ां कीतियां उन्हें, क्योंकि नबी नूं सब कुछ पता है, क्योंकि भविष्यवक्ता दे नाल खुदा गल कर दिंदा है। ठीक है जी, उत्ते अगे लिखिया है, इस कारण जिहड़े पाप कीते हैं ना उहदे कारण, इस कारण से नामान का कोड़, ये उहदे वाला कोड़ सीगा जिहड़ा उतरिया सीगा, ये कोई नवा नहीं है, ये नमान वाला कोड़ उत्ते उतर के इत्ते आ गया। इत्थे लिखिया हैगा, इस कारण से नामान का कोड़ तुझे और तेरे वंश, ना केवल ਉਹਨੂੰ ਲੱਗਿਆ, बड़ी ध्यान देने वाली गल है, ਉਹਦੇ वंश ਨੂੰ भी लगता ਪਿਆ, ना केवल तुझे और तेरे वंश को सदा लगा रहेगा। तब वह हिम सा श्वेत कोड़ी होकर उसके सामने से चला गया। सो ਇਹਦਾ अंत बहुत माड़ा होया ਜਿਹੜਾ ਗਹੇਜੀ ਦਾ ਸੀਗਾ। ਸੋ ਆਪਾਂ ਜਿਹੜਾ ਅੱਜ ਦਾ ਆਪਣਾ ਵਿਸ਼ਾ ਸੀਗਾ, ਉਹ ਵਿਸ਼ਾ ਸੀ ਬਿਮਾਰੀ ਕਿਉਂ ਆਂਦੀ ਆ। ਇੱਕ ਬਿਮਾਰੀ ਆਂਦੀ ਆ ਜੇਕਰ ਅਸੀਂ ਗਲਤੀਆਂ ਕਰਦੇ ਪਏ ਆ, ਉਹ ਕਾਰਨ ਆ। ਤੇ ਜੇਕਰ ਇੱਕ ਬਿਮਾਰੀ ਆਂਦੀ ਆ, ਉਹ ਹੈਗੀ ਪ੍ਰੀਖਿਆ ਲਈ, ਜਦੋਂ ਅਸੀਂ ਪ੍ਰਭੂ ਦੇ ਵਿੱਚ ਅੱਗੇ ਵਧਣ ਲੱਗ ਪਏ। ਔਰ ਮੈਂ ਵਿਸ਼ਵਾਸ ਕਰਦਾ, ਜੋ ਮੈਂ ਸਾਡੇ ਇੱਥੇ 15-20 ਦਿਨ ਤਾਂ ਹੋਈ ਗਏ ਤਕਰੀਬਨ, ਹੈ ਨਾ, ਸੰਗਤੀਆਂ ਘਰ 'ਚ ਲੱਗਣੀਆਂ ਸ਼ੁਰੂ ਹੋ, ਖੁਦਾ ਦਾ ਵਚਨ ਇੱਥੇ ਬੋਲਣਾ ਮਤਲਬ ਕਿ ਬੋਲਿਆ ਜਾਣ ਲੱਗ ਪਿਆ, ਖੁਦਾ ਦੀ ਵਰਸ਼ਿਪ ਹੋਣੀ ਸ਼ੁਰੂ ਹੋ ਗਈ। ਅਤੇ ਸਾਡੇ ਜੇ ਘਰ ਦੇ ਵਿੱਚ ਕੋਈ ਪ੍ਰੀਖਿਆ ਆਈ ਆ, ਇਹ ਪ੍ਰੀਖਿਆ ਜਿਹੜੀ ਹੈਗੀ ਹੈ ਨਾ, ਸਾਡੀ ਤਰੱਕੀ ਵਾਲੀ ਪ੍ਰੀਖਿਆ ਹੈ। ਇਸ ਬਰੀਕ, ਇਸ ਨਾਜ਼ੁਕ ਘੜੀ ਦੇ ਵਿੱਚ ਅਸੀਂ ਖੁਦਾ ਦੇ ਨਾਲ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਾ ਹੈ, ਅਸੀਂ ਕਮਜ਼ੋਰ ਨਹੀਂ ਹੋਣਾ। ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਬਿਮਾਰੀ ਆ ਰਹੀ ਆ, ਜੇਕਰ ਪ੍ਰੀਖਿਆ ਆ ਰਹੀ ਆ, ਇਹ ਕਿਉਂ ਆ ਰਹੀ ਆ। ਜੇਕਰ ਸਾਨੂੰ ਪਤਾ ਲੱਗ ਜਾਵੇ ਤੇ ਸਾਡਾ ਵਿਸ਼ਵਾਸ ਘਟੇਗਾ ਨਹੀਂ, ਸਾਡਾ ਵਿਸ਼ਵਾਸ ਹੋਰ ਵਧੇਗਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਸੋ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਦਾ ਸ਼ੁਕਰ ਕਰਦੇ ਹਾਂ। ਇੱਕ ਛੋਟੀ ਜਿਹੀ ਪ੍ਰਾਰਥਨਾ ਅਸੀਂ ਸਿਸਟਰ ਜੀ ਦੇ ਨਾਲ ਮਿਲ ਕੇ ਕਰਾਂਗੇ। सिस्टर जी प्रार्थना करो। धन्यवाद करते हैं। धन्यवाद प्रभु यीशु, आपका धन्यवाद करती हूँ इस वचन के लिए प्रभु। Yes, मैं Lord, जानती yes, हूँ ये Lord. वचन मेरे लिए मुझे आत्मिक उन्नति दे रहे हैं और Yes, मैं अपनी Lord. जिंदगी को जीना सीख रही हूँ। Thank you, पिता मेरी Jesus. जुबान पर पहरा बिठाए और मेरे Yes, होठों Lord. पर अपनी लगाम लगाए, ताकि Yes, मैं Jesus. अपनी
जुबान का सही इस्तेमाल करना God सीख bless you, जाऊं और sister. आपकी मर्जी को पूरा कर सकूं। Yes, मैं Lord. प्रभु यीशु मसीह जी के सामर्थी नाम में मांगती हूँ और मैं ये घोषणा करती हूँ, इस वचन को सुनने के बाद मेरा जीवन बदल चुका है। Oh, yes, मेरे Lord. पाप माफ हो चुके हैं। Thank मेरा you, परमेश्वर Jesus. मुझे बढ़ाने जा रहा है और Yes, आशीषित Lord. करने जा रहा है। Thank you, हर Jesus. बीमारी, हर मुसीबत, हर बंधन यीशु मसीह के नाम में मैं तोड़ती हूँ। Yes. यीशु की आशीष Jesus. इस घर में आई। यीशु के स्वर्गदूत मेरे घर में ठहरे। मेरे कोने, Hallelujah. घर के कोने कोने पर यीशु का लहू लगाती हूँ। शैतान Yes, मैं तुझ पर yes, yes. यीशु का लहू छिड़कती हूँ। Yes, Lord. तुम कुछ नहीं बिगाड़ सकता इस फैमिली का, इस घराने का। मैं जिंदगी में प्रभु जी ऐसे कदम उठाऊं जिनसे मैं और मेरा घराना फल लेकर आए। Yes, प्रभु जी मेरा फल बना रहे और Yes, मैं Jesus. आपके मेरा फल कोई शैतान ना चुरा सके, कोई बुरी शक्ति ना चुरा सके। Yes, Lord. मेरा फल बना रहे। प्रभु Yes, यीशु Jesus. मसीह जी के सामर्थी नाम में मैं घोषणा करती हूँ। Yes. इस वचन को सुनने और पढ़ने के बाद मेरा जीवन बदल चुका है। Thank you, मैं Jesus. आगे बढ़ने जा रही हूँ। प्रभु यीशु Hallelujah. मसीह जी मेरा न्याय करने जा रहे हैं। जैसे उसने अपने Hallelujah. लोगों को छुड़ाया, Hallelujah. अपने इस्राएल धन्यवाद, के लोगों को यीशु। छुड़ाया, वह मुझे भी छुड़ाएंगे, मेरे घराने को Thank you, छुड़ाएंगे। हर Jesus. बीमारी दूर होगी यीशु मसीह के सामर्थी Yes, नाम में। Jesus. धन्यवाद प्रभु जी आपके इस दास का जिसने इस वचन को हमारे घर में बोया। शैतान Thank you, Jesus. तू हमारा कुछ नहीं बिगाड़ सकता। Yes. मैं तुझे यीशु मसीह के नाम में डांटती हूँ और घोषणा Jesus. करती हूँ। इस घोषणा को रिलीज करने से मेरा जीवन बदल चुका है। मैं विश्वास करती हूँ यीशु धन्यवाद, मसीह के यीशु। कोड़े खाने से मैं चंगी हो चुकी हूँ। Amen. उसने Amen. मेरे लिए अपना कीमती लहू बहाया। वो मेरे Yes, लिए मारा yes, गया, yes, मेरे लिए Lord. गाड़ा गया Oh, yes. और तीसरे दिन मुर्दों में से जी उठा। धन्यवाद Yes, Lord. परमेश्वर। Yes. यह प्रभु आपके पाक वचन में लिखा है Yes. कि धर्मी 7 बार गिरेगा, Oh, फिर से yes. उठ खड़ा होगा। Yes. प्रभु जी अगर धन्यवाद, शैतान यीशु। मुझे 100 बार गिराएगा, आप मुझे 1000 बार Oh, उठाएंगे। yes, amen. जैसे God bless आपने you, उस sister. लड़की को जो Yes. मर चुकी थी जिंदा किया प्रभु, Hallelujah. आप भी मेरा हाथ पकड़कर मुझे Hallelujah. उठाएंगे, ताली मुझे थकूमी। आशीषित करेंगे। Yes, Lord. प्रभु यीशु मसीह जी के Glory, कोड़े खाने से मैं glory, चंगी हो glory. चुकी हूँ। Yes, धन्यवाद प्रभु amen. यीशु मसीह जी। Thank आपका you, स्वागत Jesus. करती हूँ अपनी लाइफ में। Yes, प्रभु Lord. यीशु मसीह जी के सामर्थी नाम में मांगती हूँ। आमीन। ਆਮੇਨ ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਆ, ਤਾਰੀਫ ਕਰਦੇ ਆ। ਹਾਲੇਲੂਇਆ। ਅਸੀਂ ਇੱਕ ਛੋਟਾ ਜਿਹਾ ਭਜਨ ਗਾਵਾਂਗੇ ਤੇ ਸਭਾ ਦੀ ਕਲੋਜ਼ਿੰਗ ਕਰਾਂਗੇ। ਹਾਲੇਲੂਇਆ। ਕਿਉਂਕਿ ਜ਼ਿੰਦਾ ਖੁਦਾ ਸਾਡੇ ਨਾਲ ਹੈ। ਹਾਲੇਲੂਇਆ। ਸੋ ਦੈਟ ਅਸੀਂ भजन गावांगे। ना तो बल से ना शक्ति से पर तेरे आत्मा के द्वारा। हालेलुया। आओ ਅਸੀਂ ਕਲੋਜ਼ਿੰਗ ਕਰਾਂਗੇ ਅੱਜ ਦੀ ਸਭਾ ਦੀ ਇਸ ਗੀਤ ਦੇ ਦੁਆਰਾ। ਸਾਰਿਆਂ ਨੇ ਗਾਣਾ ਹੈ। हालेलुया। ना तो बल से ना शक्ति से पर तेरे आत्मा के द्वारा। सब गाइए। ना तो बल से ना शक्ति से पर तेरे आत्मा के द्वारा। ये पहाड़ टल जाएगा, ये पहाड़ टल जाएगा, ये पहाड़ टल जाएगा पवित्र आत्मा के द्वारा। यीशु के आत्मा के द्वारा, मसीह के आत्मा के द्वारा। ना तो बल से ना शक्ति से पर तेरे आत्मा के द्वारा। ना तो बल से ना शक्ति से पर तेरे आत्मा के द्वारा। ये बीमार चंगा होगा, ये बीमार चंगा होगा, ये बीमार
पवित्र आत्मा के द्वारा, यीशु के आत्मा के द्वारा, ना तो बल से ना शक्ति से, पर तेरे आत्मा के द्वारा, ना तो बल से, सब गाइए, ना शक्ति से, पर तेरे आत्मा के द्वारा, यीशु मसीह पैदा हुए, यीशु मसीह पैदा हुए, यीशु मसीह पैदा हुए, पवित्र आत्मा के द्वारा, खुदा के आत्मा के द्वारा, ना तो बल से ना शक्ति से, पर तेरे आत्मा के द्वारा, ना तो बल से ना शक्ति से, पर तेरे आत्मा के द्वारा, ये पहाड़ टल जाएगा, ये पहाड़ टल जाएगा, ये पहाड़ टल जाएगा, पवित्र आत्मा के द्वारा, यीशु के आत्मा के द्वारा, कुछ भी नहीं तेरे बिना, ए खुदावन मेरे प्रभु, गाइए, कुछ भी नहीं तेरे बिना, ए खुदावन मेरे प्रभु, जो भी मैं हूँ तेरा ही हूँ, तेरे बिना मैं कुछ भी नहीं, जो भी मैं हूँ तेरा ही हूँ, तेरे बिना मैं कुछ भी नहीं, ये तूफान टल जाएगा, ये तूफान टल जाएगा, ये तूफान टल जाएगा, पवित्र आत्मा के द्वारा, यीशु के आत्मा के द्वारा, ना तो बल से ना शक्ति से, पर तेरे आत्मा के द्वारा, ना तो बल से ना शक्ति से, पर तेरे आत्मा के द्वारा, ये बीमार चंगा हुआ, ये बीमार चंगा हुआ, ये बीमार चंगा हुआ, पवित्र आत्मा के द्वारा, यीशु के आत्मा के द्वारा, खुदा के आत्मा के द्वारा। आमीन। गॉड ब्लेस यू ऑल। प्रभु ਦਾ ਬਹੁਤ ਧੰਨਵਾਦ ਕਰਦੇ ਹਾਂ। ਯਿਸੂ ਨਾਮ 'ਚ ਸਾਰਿਆਂ ਨੂੰ ਸ਼ਾਲੋਮ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਔਰ ਜੇਕਰ ਕੋਈ ਖਾਸ ਪ੍ਰਾਰਥਨਾ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ। ਆਪਣੀ ਖਾਸ ਪ੍ਰਾਰਥਨਾ ਜੇ ਕਿਸੇ ਦੇ ਮਨ 'ਚ ਹੈ ਕਰਵਾਣੀ ਹੈ ਤੇ ਕਰਵਾ ਸਕਦਾ ਹੈ। ਮੰਮੀ ਲਈ ਕਰ ਦਿਓ ਤੁਸੀਂ ਪ੍ਰਾਰਥਨਾ ਦਾ ਜ਼ਰੂਰੀ ਵਾਸਤੇ। ਹਾਂਜੀ ਤੇ ਹੋਰ ਜੇ ਕਿਸੇ ਨੇ ਕਰਵਾਣੀ ਹੈ ਤੁਸੀਂ ਆਪਣਾ ਵਿਸ਼ਾ ਮੈਨੂੰ ਦੱਸੋ। ਉਸ ਵਿਸ਼ੇ
ਦੇ ਆਧਾਰ ਤੇ ਮੈਂ ਪ੍ਰਾਰਥਨਾ ਕਰਾਂਗਾ। ਨਹੀਂ ਕਹਿੰਦੇ ਆ ਕੋਈ ਵਿਸ਼ਾ ਇਦਾਂ ਦਾ ਹੈ ਮਨ ਦੇ ਵਿੱਚ ਹੈ ਤੇ ਪ੍ਰਭੂ ਦੀ ਅਨਾਇੰਟਿੰਗ ਇਸ ਟਾਈਮ ਇੱਥੇ ਪ੍ਰਭੂ ਜੁਗਲਿਸ਼ ਕਰ ਰਹੇ ਆ, ਠੀਕ ਹੈ। ਤੇ ਯਿਸੂ ਨਾਂ ਦੇ ਵਿੱਚ ਜੇ ਕੋਈ ਤੁਹਾਡੀ ਕੋਈ ਰਿਕੁਐਸਟ ਹੈਗੀ ਆ, ਕਿਉਂਕਿ ਖੁਦਾ ਅੱਗੇ ਆਪਾਂ ਬੇਨਤੀ ਰੱਖਦੇ ਆ, ਖੁਦਾ ਸਾਡੀ ਬੇਨਤੀ ਨੂੰ ਸੁਣੇਗਾ ਤੇ ਉਸ ਸਾਡੀ ਬੇਨਤੀ ਦੇ ਉੱਤੇ ਉਹ ਸਾਨੂੰ ਜਵਾਬ ਦੇਵੇਗਾ। ਖੁਦਾ ਧੰਨਵਾਦ ਕਰਦੇ ਆ। ਤੁਸੀਂ ਵਿਸ਼ਾ ਦੱਸੋ ਜੇ ਕੋਈ ਹੈ, ਆਪਾਂ ਪ੍ਰਾਰਥਨਾ ਕਰਦੇ ਹਾਂ। प्रभु जी अगे मेरा विषय तो यही है कि मेरे घर में पैसा आना वा, ਠੀਕ ਹੈ ਜੀ, परमेश्वर की बरकत ते आशीष आनी मेरे घर च, ठीक ते है जी। चंगी जगह ते लगे, चंगे रस्ते गॉड ब्लेस यू। प्रभु ਤੁਹਾਨੂੰ ਬਹੁਤ ਬਰਕਤ ਦੇ। आशीष ते बरकत बिना बेफिजूल खर्चा ते चंगी होवे ते आजाद होवे, गॉड ब्लेस यू, ते चंगी जगह ते लगे, चंगे रस्ते गॉड ब्लेस यू। ਤੁਸੀਂ ਬਹੁਤ ਅੱਛੀ ਚੀਜ਼ ਮੰਗੀ। आशीष ते बरकत पावे, गॉड ब्लेस यू। ਕਿੰਨਾ ਦੀ ਘਰ ਕਲੇਸ਼ ਵੀ ਬਹੁਤ ਰਹਿੰਦੀ ਹੈ। ਸਭ ਕੁਝ ਠੀਕ ਹੋ ਜਾਣਾ। ਆਪਾਂ ਅਸੀਂ ਸਾਰੇ ਆਪਾਂ ਅੱਖਾਂ ਬੰਦ ਕਰਕੇ ਇਸ ਵਿਸ਼ੇ ਲਈ ਪ੍ਰਾਰਥਨਾ ਕਰਦੇ ਹਾਂ ਤੇ ਸਾਰਿਆਂ ਨੇ ਸਹਿਯੋਗ ਦੇਣਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਵਰਗੀ ਪਿਤਾ ਤੁਹਾਡਾ ਬੜਾ ਹੀ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਮਹਿਮਾ ਕਰਦੇ ਹਾਂ, ਤੁਹਾਡੀ ਜੈ ਜੈਕਾਰ ਕਰਦੇ ਹਾਂ ਲਾਰਡ ਜੀਸਸ। ਸੱਚ ਮੇਰੇ ਪ੍ਰਭੂ, ਸੱਚ ਮੇਰੇ ਪ੍ਰਭੂ, ਕਿੰਨਾ ਹੀ ਧੰਨਵਾਨ ਉਹ ਮਨੁੱਖ ਹੈ ਲਾਰਡ ਜੀਸਸ ਖੁਦਾਵੰਦ ਜੋ ਤੁਹਾਡੇ ਵਚਨਾਂ ਦਾ ਡਰ ਮੰਨਦਾ ਹੈ। ਖੁਦਾਵੰਦ ਮੈਂ ਸੱਚ ਕਹਿਣਾ ਹੈ ਕਿ ਖੁਦਾਵੰਦ ਸਾਡੇ ਸਿਸਟਰ ਆਸ਼ਾ ਜੀ ਨੇ ਪ੍ਰਭੂ ਜੀ ਬਹੁਤ ਹੀ ਉੱਤਮ ਚੀਜ਼ ਮੰਗੀ ਹੈ। ਖੁਦਾਵੰਦ ਉਹਨਾਂ ਨੇ ਕਿਹਾ ਹੈ ਕਿ ਜੋ ਪੈਸਾ ਰੁਕਿਆ ਹੋਇਆ ਹੈ ਖੁਦਾਵੰਦ, ਜੇਕਰ ਉਹ ਪੈਸਾ ਖੁਦਾਵੰਦ ਸਾਡੇ ਘਰ ਦੇ ਵਿੱਚ ਆਉਂਦਾ ਹੈ ਤੇ ਖੁਦਾਵੰਦ ਤੁਸੀਂ ਉਸ ਤੇ ਇਦਾਂ ਦੀ ਆਸ਼ੀਸ਼ ਦੇਣਾ ਕਿ ਖੁਦਾਵੰਦ ਉਹ ਚੰਗੇ ਕੰਮ ਦੇ ਵਿੱਚ ਪ੍ਰਭੂ ਜੀ, ਤੁਹਾਡੇ ਨਾਮ ਦੇ ਵਿੱਚ ਪ੍ਰਭੂ ਜੀ, ਉਹ ਚੰਗੇ ਕਾਰਿਆਂ ਲਈ ਪ੍ਰਭੂ ਲੱਗ ਸਕੇ। ਖੁਦਾਵੰਦ ਮੈਂ ਦੁਆ ਕਰਦਾ ਹਾਂ ਸਾਰੀ ਕਲਾ ਕਲੇਸ਼ ਯਿਸੂ ਨਾਂ ਦੇ ਵਿੱਚ ਹੈ ਖੁਦਾਵੰਦ, ਉਸ ਨੂੰ ਮੈਂ ਝਿੜਕਦਾ ਹਾਂ। ਹੇ ਸ਼ੈਤਾਨ ਤੈਨੂੰ ਯਿਸੂ ਨਾਂ ਦੇ ਵਿੱਚ ਬੰਨ ਕੇ ਅਧਲੋਕ ਦੇ ਵਿੱਚ ਸੁੱਟ ਦਿੰਦਾ ਹਾਂ। ਤੁਹਾਡੇ ਦੂਤ ਪ੍ਰਭੂ ਜੀ ਇਸ ਭੈਣ ਦੇ ਅੰਗ ਸੰਗ ਰਹਿਣ। ਖੁਦਾਵੰਦ ਇਸ ਭੈਣ ਦੇ ਨਾਲ ਪ੍ਰਭੂ ਤੁਹਾਡੀ ਆਸ਼ੀਸ਼ ਜਲੰਧਰ ਤੋਂ ਚੱਲ ਕੇ ਪ੍ਰਭੂ ਇਹਨਾਂ ਦੇ ਘਰ ਤੱਕ ਜਾਵੇ। ਖੁਦਾਵੰਦ ਇਸ ਭੈਣ ਦਾ ਤੁਸੀਂ ਅਜਿਹਾ ਇਸਤੇਮਾਲ ਕਰਨਾ ਖੁਦਾਵੰਦ ਕਿ ਪ੍ਰਭੂ ਜੀ ਇਸ ਇੱਕ ਰੂਹ ਦੇ ਦੁਆਰਾ ਪ੍ਰਭੂ ਜੀ ਸਾਰੇ ਘਰ ਦੇ ਸਦੱਸੇ ਬਰਕਤ ਪਾਣ, ਕਿਉਂਕਿ ਤੁਹਾਡਾ ਵਚਨ ਇਹ ਕਹਿੰਦਾ ਹੈ ਕਿ ਤੂੰ ਬਚ ਤੇ ਤੇਰਾ ਘਰਾਨਾ ਬਚਾਇਆ ਜਾਏਗਾ। ਖੁਦਾਵੰਦ ਇਹ ਤੁਹਾਡਾ ਅਨਮੋਲ ਵਾਅਦਾ ਸਾਡੇ ਨਾਲ ਹੈ। ਖੁਦਾਵੰਦ ਤੁਹਾਡਾ ਪਵਿੱਤਰ ਲਹੂ ਪ੍ਰਭੂ ਜੀ, ਮੈਂ ਪ੍ਰਭੂ ਜੀ ਇਸ ਭੈਣ ਦੇ ਦੁਆਰਾ ਪ੍ਰਭੂ ਜੀ ਉਸ ਘਰ ਦੇ ਵਿੱਚ ਭੇਜ ਦਿੰਦਾ ਹਾਂ। ਖੁਦਾਵੰਦ ਉਸ ਲਹੂ ਦੇ ਦੁਆਰਾ ਪ੍ਰਭੂ ਜੀ ਉਸ ਘਰ ਵਿੱਚ ਸ਼ਿਫਾ ਆਵੇ, ਸ਼ਾਂਤੀ ਆਵੇ, ਸਾਰੀ ਕਲਾ ਕਲੇਸ਼ ਯਿਸੂ ਮਸੀਹ ਦੇ ਨਾਂ 'ਚ ਜਾਂਦੀ ਰਹੇ। ਖੁਦਾਵੰਦ ਅਸੀਂ ਇੱਕ ਘੋਸ਼ਣਾ ਯਿਸੂ ਮਸੀਹ ਦੇ ਨਾਂ 'ਚ ਕਰਦੇ ਹਾਂ, ਪ੍ਰਾਰਥਨਾ ਯਿਸੂ ਮਸੀਹ ਦੇ ਪਵਿੱਤਰ ਨਾਂ 'ਚ ਕਰਦੇ ਹਾਂ। ਆਮੀਨ, ਗॉड ਬਲੈਸ ਯੂ। ਤੇ ਸਿਸਟਰ ਲਈ ਦੁਆ ਕਰਦੇ ਹਾਂ ਤੇ ਬ੍ਰਦਰ ਲਈ ਵੀ ਦੁਆ ਕਰਦੇ ਹਾਂ ਤੇ ਖੁਦਾ ਬਰਕਤ ਦੇਵੇ। ਆਪਾਂ ਕਰਦੇ ਹਾਂ ਪ੍ਰਭੂ ਲਈ ਪ੍ਰਾਰਥਨਾ। ਹਾਂਜੀ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਵਰਗੀ ਪਿਤਾ ਤੁਹਾਡਾ ਬੜਾ ਹੀ ਧੰਨਵਾਦ ਕਰਦੇ ਹਾਂ ਖੁਦਾਵੰਦ। ਇੱਕ ਵਾਰ ਫਿਰ ਪ੍ਰਭੂ ਜੀ ਡਰਦੇ ਕੰਬਦੇ ਥਰਥਰਾਉਂਦੇ ਹੋਏ ਤੁਹਾਡੀ ਵੇਦ ਦੇ ਸਾਹਮਣੇ ਆਉਂਦੇ ਹਾਂ, ਕਿਉਂਕਿ ਸੱਚ ਹੈ ਮੇਰੇ ਪ੍ਰਭੂ ਕਿੰਨਾ ਹੀ ਮੁਬਾਰਕ ਹੈ ਉਹ ਪ੍ਰਭੂ ਜਨ ਪ੍ਰਭੂ ਜੋ ਡਰਦਾ ਕੰਬਦਾ ਥਰਥਰਾਉਂਦਾ ਹੋਇਆ ਤੁਹਾਡੇ ਸਿੰਘਾਸਨ ਦੇ ਸਾਹਮਣੇ ਆਉਂਦਾ ਹੈ। ਖੁਦਾਵੰਦ ਸੱਚ ਹੈ ਮੇਰੇ ਪ੍ਰਭੂ ਇਹ ਬਰਕਤ ਲੈਣ ਦਾ ਪ੍ਰਭੂ ਜੀ ਅਜਿਹਾ ਢੰਗ ਹੈ। ਖੁਦਾਵੰਦ ਤੁਸੀਂ ਆਖਿਆ ਕਿ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਿਆਂ ਕੀਤਾ ਜਾਏਗਾ, ਜੋ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ ਉੱਚਾ ਕੀਤਾ ਜਾਵੇਗਾ। ਖੁਦਾਵੰਦ ਮੈਂ ਪ੍ਰਭੂ ਇਹੀ ਕਹਿਣਾ ਹਾਂ ਖੁਦਾਵੰਦ ਤੁਸੀਂ ਵਧੋ ਤੇ ਪ੍ਰਭੂ ਜੀ ਅਸੀਂ ਘਟੀਏ ਲਾਰਡ ਜੀਸਸ, ਕਿਉਂਕਿ ਖੁਦਾਵੰਦ ਸਾਰੀ ਮਹਿਮਾ ਤੁਹਾਡੇ ਪਵਿੱਤਰ ਨਾਮ ਨੂੰ ਜਾ ਰਹੀ ਹੈ। ਖੁਦਾਵੰਦ ਮੈਂ ਆਪਣੇ ਸਿਸਟਰ ਆਸ਼ਾ ਜੀ ਲਈ ਦੁਆ ਕਰਦਾ ਹਾਂ ਖੁਦਾਵੰਦ, ਔਰ ਮੈਂ ਡਿਕਲੇਅਰ ਕਰਦਾ ਹਾਂ ਖੁਦਾਵੰਦ ਕਿ ਯਿਸੂ ਨਾਂ ਦੇ ਵਿੱਚ ਪ੍ਰਭੂ ਸਾਰੀ ਬਿਮਾਰੀ ਜਲ ਕੇ ਰਾਖ ਹੋ ਚੁੱਕੀ ਹੈ। ਖੁਦਾਵੰਦ ਤੁਸੀਂ ਆਪਣੇ ਸ਼ਿਫਾ ਵਾਲੇ ਹੱਥ ਨਾਲ ਛੂ ਕੇ ਪ੍ਰਭੂ ਬਿਮਾਰੀ ਨੂੰ ਦੂਰ ਕੀਤਾ ਹੈ। ਖੁਦਾਵੰਦ ਇਹ ਜੋ ਪ੍ਰੀਖਿਆ ਸੀ ਪ੍ਰਭੂ ਯਿਸੂ ਨਾਂ ਦੇ ਵਿੱਚ ਜਾਂਦੀ ਰਹੀ ਹੈ। ਤੁਸੀਂ ਆਖਿਆ ਕਿ ਵਿਸ਼ਵਾਸ ਕਰਨ ਵਾਲਿਆਂ ਨੇ ਸਭ ਗੱਲਾਂ ਸੰਭਵ ਹੈ। ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਸੱਚ ਆ, ਅਸੀਂ ਤੁਹਾਡੀ ਸ਼ਿਫਾ ਨੂੰ ਅਸੀਂ ਰਿਸੀਵ ਕੀਤਾ ਹੈ। ਖੁਦਾਵੰਦ ਤੁਹਾਡਾ ਆਨੰਦ ਸਾਡੇ ਵਿੱਚ ਬਣਿਆ ਹੋਇਆ ਹੈ। ਖੁਦਾਵੰਦ ਮੈਂ ਆਪਣੇ ਛੋਟੇ ਭਾਈ ਲਈ ਵੀ ਦੁਆ ਕਰਦਾ ਹਾਂ ਖੁਦਾਵੰਦ ਗਲੇ ਦੇ ਵਿੱਚ ਪ੍ਰਭੂ ਜੋ ਵੀ ਪ੍ਰਭੂ ਜੀ ਪ੍ਰੋਬਲਮ ਹੈ ਖੁਦਾਵੰਦ ਸੱਚ ਹੈ ਪ੍ਰਭੂ ਤੁਹਾਡਾ ਵਚਨ ਇਹ ਕਹਿੰਦਾ ਹੈ ਕਿ ਪ੍ਰਭੂ ਤੁਹਾਡੇ ਕੋੜੇ ਖਾਣ ਦੇ ਨਾਲ ਪ੍ਰਭੂ ਅਸੀਂ ਚੰਗੇ ਹੋ ਚੁੱਕੇ ਹਾਂ। ਔਰ ਖੁਦਾਵੰਦ ਜੋ ਅੱਜ ਵਿਸ਼ਾ ਵਿਚਾਰਿਆ ਗਿਆ ਹੈ ਖੁਦਾਵੰਦ, ਜੇਕਰ ਖੁਦਾਵੰਦ ਸਾਡੇ ਜੀਵਨ ਦੇ ਵਿੱਚ ਕੁਝ ਅਜਿਹੇ ਗੁਨਾਹ ਹਨ ਜੇਕਰ ਤੇ ਖੁਦਾਵੰਦ ਅਸੀਂ ਅੰਗੀਕਾਰ ਕਰਕੇ ਅਸੀਂ ਪਛਤਾਪ ਕਰੀਏ ਖੁਦਾਵੰਦ ਤੁਹਾਡੀ ਸ਼ਿਫਾ ਸਾਡੇ ਤੱਕ ਆ ਸਕੇ ਖੁਦਾਵੰਦ। ਔਰ ਮੈਂ ਵਿਸ਼ਵਾਸ ਕਰਦਾ ਹਾਂ ਖੁਦਾਵੰਦ ਸੱਚ ਹੈ ਮੇਰੇ ਪ੍ਰਭੂ ਤੁਹਾਡੇ ਸ਼ਿਫਾ ਵਾਲੇ ਔਰ ਸ਼ੇਦ ਵਾਲੇ ਹੱਥਾਂ ਨਾਲ ਪ੍ਰਭੂ ਤੁਸੀਂ ਭਾਈ ਨੂੰ ਛੂਇਆ ਹੈ। ਖੁਦਾਵੰਦ ਅਸੀਂ ਸਭ ਇੱਕ ਮਨ ਹੋ ਕੇ ਪ੍ਰਭੂ ਇਸ ਭਾਈ ਲਈ ਪ੍ਰਾਰਥਨਾ ਕਰਦੇ ਹਾਂ ਕਿ ਖੁਦਾਵੰਦ ਇਸੇ ਸਮੇਂ ਤੁਹਾਡਾ ਪਵਿੱਤਰ ਆਤਮਾ ਜੀ ਖੁਦਾਵੰਦ ਤੁਸੀਂ
ਭਾਈ ਦੇ ਗਲੇ ਨੂੰ ਛੂ ਲਓ ਖੁਦਾਵੰਦ, ਕਿਉਂਕਿ ਖੁਦਾਵੰਦ ਤੁਹਾਡਾ ਕਲਾਮ ਕਹਿੰਦਾ ਹੈ ਜਦ 2 ਜਾਂ 3 ਇਕੱਠੇ ਹੋ ਕੇ ਇੱਕ ਵਿਸ਼ੇ ਤੇ ਮੇਰੇ ਲਈ ਮੰਗਦੇ ਹਨ ਤੇ ਮੈਂ ਉਸ ਨੂੰ ਉਹ ਦੇ ਦਿੰਦਾ ਹਾਂ ਖੁਦਾਵੰਦ। ਅਸੀਂ 2 ਜਾਂ 3 ਤੋਂ ਅਸੀਂ ਜ਼ਿਆਦਾ ਹਾਂ ਖੁਦਾਵੰਦ। ਅਸੀਂ ਸਭ ਮਿਲ ਕੇ ਪ੍ਰਭੂ ਇਸ ਭਾਈ ਲਈ ਸ਼ਿਫਾ ਮੰਗਦੇ ਹਾਂ ਖੁਦਾਵੰਦ। ਸਾਰੀਆਂ ਡਾਕਟਰੀ ਰਿਪੋਰਟਾਂ ਯੀਸ਼ੂ ਮਸੀਹ ਦੇ ਵਿੱਚ ਕੈਂਸਲ ਕਰਦੇ ਹਾਂ ਖੁਦਾਵੰਦ। ਤੁਹਾਡਾ ਵੱਡਾ ਪਵਿੱਤਰ ਹੱਥ ਯਹੋਵਾ ਰਾਫਾ ਜੀ, ਤੁਹਾਡਾ ਸ਼ਿਫਾ ਵਾਲਾ ਹੱਥ ਇਸ ਸਮੇਂ ਭਾਈ ਦੇ ਗਲੇ ਨੂੰ ਛੂ ਲਵੇ ਲਾਰਡ ਜੀਸਸ, ਔਰ ਯੀਸ਼ੂ ਨਾਂ ਦੇ ਵਿੱਚ ਪ੍ਰਭੂ ਇਹ ਬੱਚਾ ਸ਼ਿਫਾ ਪਾਵੇ ਖੁਦਾਵੰਦ। ਔਰ ਤੁਹਾਡਾ ਪ੍ਰਭੂ ਜੀ ਇਸ ਘਰ ਦੇ ਵਿੱਚ ਪ੍ਰਭੂ ਤੁਹਾਡੀ ਮਹਿਮਾ ਦੇ ਗੀਤ ਭਜਨ ਗਾਏ ਜਾਣ ਪ੍ਰਭੂ। ਅਸੀਂ ਸਭ ਪ੍ਰਭੂ ਜੀ ਆਉਂਦੇ ਟਾਈਮ ਦੇ ਵਿੱਚ ਰੈਪਚਰ ਲਈ ਤਿਆਰੀ ਕਰ ਸਕੀਏ ਖੁਦਾਵੰਦ। ਇਸ ਘਰ ਦੇ ਵਿੱਚ ਯੀਸ਼ੂ ਨਾਂ ਦੇ ਵਿੱਚ ਨਿਜਾਤ ਆ ਚੁੱਕੀ ਹੈ ਖੁਦਾਵੰਦ। ਬੜਾ ਹੀ ਧੰਨਵਾਦ ਕਰਦੇ ਹਾਂ, ਧੰਨਵਾਦ ਸ਼ੁਕਰਾਨਾ ਦਿੰਦੇ ਹੋਏ ਇਹ ਪ੍ਰਾਰਥਨਾ ਯੀਸ਼ੂ ਮਸੀਹ ਨਾਸਰੀ ਦੇ ਆਨੰਦਿਤ ਨਾਮ ਵਿੱਚ ਇਹ ਪ੍ਰਾਰਥਨਾ ਮੰਗਦੇ ਹਾਂ, ਆਮੀਨ। ਧੰਨਵਾਦ। ਗॉड ਬlesਸ ਯੂ। ਖੁਦਾ ਬਰਕਤ ਦੇਵੇ। ਖੁਦਾ ਦੇ ਨਾਮ ਤੇ ਸਾਰਿਆਂ ਨੂੰ ਸ਼ਾਲੋਮ। ਗॉड ਬlesਸ ਯੂ। ਧੰਨਵਾਦ ਪ੍ਰਭੂ ਦਾ, ਸ਼ੁਕਰ ਕਰਦੇ ਹਾਂ। ਤੇ ਹੁਣ ਕੋਸਾ ਜਿਹਾ ਪਾਣੀ ਜਾਂ ਚਾਹ ਕੁਛ ਪਿਲਾ ਦਿਓ। ਧੰਨਵਾਦ ਪ੍ਰਭੂ। ਇੱਕ ਮੇਰੇ ਲਈ ਵੀ ਪ੍ਰੇਅਰ ਕਰ ਦੋ। ਗॉड ਬlesਸ ਯੂ। ਬੋਲੋ। ਮੇਰੇ ਲਈ ਮੈਂ ਇਹ ਚਾਹਨੀ ਆ, ਬਸ ਹੋਰ ਕੁਛ ਨਹੀਂ ਚਾਹਨੀ। ਮੈਂ ਪਰਮੇਸ਼ਵਰ ਚ ਬਸ ਅੱਗੇ ਵਧਾ, ਕੋਈ ਸ਼ੈਤਾਨ ਦੀ ਰੁਕਾਵਟ ਨਾ ਜ਼ਿੰਦਗੀ ਚ ਆ ਠੀਕ ਹੈ। ਸਕੇ। ਮੈਂ ਪਰਮੇਸ਼ਵਰ ਚ ਤੁਹਾਡੇ ਵਾਂਗੂ ਅੱਗੇ ਵਧਣਾ ਚਾਹੁੰਦੀ। गॉड ब्लेस यू। प्रार्थना करते हैं, आओ ਆਪਾਂ ਕਰਦੇ ਹਾਂ। हे खुदावंद यीशु नासरी जी, सच मेरे प्रभु भैन ने एक बहुत ही चंगी चीज़ मंगी है खुदावंद। मैं खुदावंद दुआ करता हाँ कि खुदावंद भैन दे होंठा ते प्रभु जी ਤੁਹਾਡਾ ਅਜਿਹਾ ਅਭਿਸ਼ੇਕ ਉਤਰੇ ਖੁਦਾਵੰਦ। ਖੁਦਾਵੰਦ ਸੱਚ ਮੈਂ ਕਹਿੰਦਾ ਖੁਦਾਵੰਦ, ਖੁਦਾਵੰਦ ਪ੍ਰਾਰਥਨਾ ਕਿਵੇਂ ਕਰਨੀ ਹੈ ਖੁਦਾਵੰਦ, ਤੁਹਾਡਾ ਨਾਮ ਕਿਸ ਤਰ੍ਹਾਂ ਲੈਣਾ ਹੈ ਖੁਦਾਵੰਦ, ਕਿਹੜਾ ਸ਼ਬਦ ਬੋਲਣਾ ਹੈ ਕਿਹੜਾ ਨਹੀਂ ਸ਼ਬਦ ਬੋਲਣਾ ਹੈ ਖੁਦਾਵੰਦ। ਇਹ ਪ੍ਰਭੂ ਸਾਡੇ ਬਲ ਸ਼ਕਤੀ ਸਾਮਰਥ ਦੇ ਨਾਲ ਨਹੀਂ ਹੈ ਖੁਦਾਵੰਦ, ਕੇਵਲ ਤੁਹਾਡੇ ਪਵਿੱਤਰ ਆਤਮਾ ਦੇ ਨਾਲ ਹੀ ਸੰਭਵ ਹੈ ਖੁਦਾਵੰਦ। ਖੁਦਾਵੰਦ ਜਦ ਇਹ ਭੈਣ ਪ੍ਰਾਰਥਨਾ ਕਰੇ ਖੁਦਾਵੰਦ, ਮੈਂ ਦੁਆ ਕਰਦਾ ਹਾਂ ਖੁਦਾਵੰਦ ਕਿ ਰੋਗੀ ਚੰਗੇ ਹੋਣ ਖੁਦਾਵੰਦ। ਅਜਿਹਾ ਗਿਫਟ ਪ੍ਰਭੂ ਤੁਸੀਂ ਭੈਣ ਦੇ ਅੰਦਰ ਉਡੇਲੋ ਲਾਰਡ ਜੀਸਸ ਖੁਦਾਵੰਦ। ਸੱਚ ਇਹ ਖੁਦਾਵੰਦ ਇਹ ਭੈਣ ਇੱਕ ਪ੍ਰੇਅਰ ਮਾਸਟਰ ਦੇ ਰੂਪ ਦੇ ਵਿੱਚ ਉਭਰੇ ਲਾਰਡ ਜੀਸਸ। ਅਜਿਹਾ ਗਿਫਟ ਪ੍ਰਭੂ ਤੁਸੀਂ ਇਸ ਭੈਣ ਨੂੰ ਦੇਣ ਜਾ ਰਹੇ ਹੋ ਲਾਰਡ ਜੀਸਸ। ਮੈਂ ਦੇਖ ਰਿਹਾ ਹਾਂ ਖੁਦਾਵੰਦ, ਸੱਚ ਪ੍ਰਭੂ ਜੀ ਇਸ ਘਰ ਦੇ ਇਹ ਨਿਜਾਤ ਦਾ ਇੱਕ ਇਦਾਂ ਦਾ ਮਾਧਿਅਮ ਹੈ ਖੁਦਾਵੰਦ। ਉਹ ਖੁਦਾਵੰਦ ਹੋਣ ਦਿਓ ਖੁਦਾਵੰਦ। ਇਹ ਭੈਣ ਫਾਸਟਿੰਗ ਕਰੇ ਖੁਦਾਵੰਦ, ਇਹ ਭੈਣ ਉਪਵਾਸ ਕਰੇ ਖੁਦਾਵੰਦ, ਇਹ ਖੁਦਾਵੰਦ ਵਚਨ ਪੜ੍ਹੇ ਖੁਦਾਵੰਦ, ਤੁਹਾਡੀ ਵਰਸ਼ਿਪ ਕਰੇ ਖੁਦਾਵੰਦ, ਔਰ ਤੁਹਾਡੇ ਨਾਮ ਦੇ ਵਿੱਚ ਦਿਨ ਪ੍ਰਤੀ ਦਿਨ ਪ੍ਰਭੂ ਜੀ ਇਹ ਉન્નਤੀ ਕਰਦੀ ਜਾਵੇ ਲਾਰਡ ਜੀਸਸ ਖੁਦਾਵੰਦ। ਕਿਉਂਕਿ ਪ੍ਰਭੂ ਜੀ ਇਹਨਾਂ ਨੇ ਖੁਦਾਵੰਦ ਇਸ ਭੈਣ ਨੇ ਬਹੁਤ ਹੀ ਇੱਕ ਉੱਤਮ ਚੀਜ਼ ਨੂੰ ਮੰਗ ਲਿਆ ਹੈ ਖੁਦਾਵੰਦ। ਸੱਚ ਮੇਰੇ ਪ੍ਰਭੂ ਜਦ ਖੁਦਾਵੰਦ ਮਰੀਮ ਅਤੇ ਮਾਰਥਾ ਦੀ ਤਸਵੀਰ ਨੂੰ ਦੇਖਦੇ ਹਾਂ ਖੁਦਾਵੰਦ ਯੀਸ਼ੂ ਜੀ ਤੁਸੀਂ ਆਖਿਆ ਕਿ ਹੇ ਮਾਰਥਾ, ਮਰੀਮ ਨੇ ਤਾਂ ਉੱਤਮ ਭਾਗ ਨੂੰ ਚੁਣ ਲਿਆ ਹੈ ਖੁਦਾਵੰਦ। ਸੱਚ ਕਹਿਣਾ ਹੈ ਖੁਦਾਵੰਦ ਇਸ ਭੈਣ ਨੇ ਖੁਦਾਵੰਦ ਉਸ ਉੱਤਮ ਭਾਗ ਨੂੰ ਚੁਣਿਆ ਹੈ ਲਾਰਡ ਜੀਸਸ, ਔਰ ਤੁਸੀਂ ਪ੍ਰਭੂ ਜੀ ਇਸ ਭੈਣ ਨੂੰ ਉਹ ਆਸ਼ੀਸ਼ ਦੇ ਦਿੱਤੀ ਹੈ। ਯੀਸ਼ੂ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ, ਆਮੀਨ। ਗॉड ਬlesਸ ਯੂ। ਧੰਨਵਾਦ ਕਰਦੇ ਹਾਂ। ਗॉड ਬlesਸ ਯੂ। ਹਾਲੇਲੂਇਆ। ਧੰਨਵਾਦ ਪ੍ਰਭੂ, ਸ਼ੁਕਰ ਕਰਦੇ ਹਾਂ। ਧੰਨਵਾਦ।